अजुनी सैपं गुर प्रसाद जप आद सच जुगाद सच है भी सच नानक होसी भी सच चक्र चिन्ह आर बरन जात आर पात नहन जेह रूप रंग आर रेख पेख को कहना सकत केह अचल मूरत अनपहो प्रकाश हमें तो कह जाए कोट इंद्र इंद्राण साहे साहण गणज त्रिपहण महीप सुर नर असुर नेत नेत बन तृण कहत त्वै सर्ब नाम कथा कवन कर्म नाम बरनत सुमत हम संतन की रेण प्यारे हम संतन की शरणा संत हमारी होठ सताणी संत हमारा गहना कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी कहाँ लगे हो कीट बखाना महिमा तोर तू ही प्रभ जान पिता जन्म जिम पूत ना पावै कहाँ तवन का भेद बतावै हमें दृष्ट शुभ करै हरै अग पाप सकल मल काम क्रोध
क्रोध अर लोभ मोह वस करੈ सबੈ बल सदा सुख मन वसै दुख संसारै खोवै गुर नव निद दरियाओ जन्म हम कालख तोवै सो कहो टल गुर सेवियै अहनिस सहज सुभाए दर्शन परसै गुरु कै जन्म मरण दुख जाय दर्शन परसै गुरु कै जन्म मरण दुख जाय। सतनाम श्री वाहिगुरु साहिब जी। साध कै संग सब कुल उद्धारै साध संग साजन मीत कुटुंब निस्तारै साध कै संग सब कुल उद्धारै साध संग साजन मीत कुटुंब निस्तारै साधु कै संग सो धन पावै जिस धन ते सब को वरसावै साध संग धर्म राय करे सेवा साध संग शोभा सुर देवा साधु कै संग पाप पलायन साध संग अमृत गुण गायन साध कै संग सरब थान गम नानक साध कै संग सफल जन्म साध कै संग सरब थान गम नानक साध कै संग सफल जन्म। वाहिगुरु जी का खालसा वाहिगुरु जी की फतेह। सच्चे पातशाह चबर छतर तख्त दे मालिक जग दी जोत किरपा दे सागर पतित पावन धन साहिब श्री गुरु ग्रंथ साहिब जी महाराज हजूर दी परम दया सदका सतसंगत दियां कड़ियां दा परम सुख आप जी प्राप्त कर रहे हो। पंथ वाली सरबंसदानी धन गुरु गोबिंद सिंह सच्चे पातशाह जी महाराज हजूर दे पवित्र स्थान तख्त सचखंड श्री हजूर श्री अबचल नगर साहिब विखे दर्शन दीदारियां दा सुभाग समा महाराज जी की सतसंगत का बड़ा लाभ सतगुरु की रहमत सदका प्राप्त हो रहा है। महाराज जी दे पवित्र उपदेश की लड़ीवार कथा आओ प्यार शरधा नाल सरवण करिए। सतगुरु जी दे पवित्र चरणों का
ਧਿਆਨ ਕਰਦੇ ਹੋਏ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧ ਕੈ ਸੰਗ ਸਭ ਕੁਲ ਉਧਾਰੈ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਵੀਂ ਅਸ਼ਟਪਦੀ ਦੇ ਅੰਦਰ ਮਹਾਰਾਜ ਨੇ ਸਾਧੂਆਂ ਦੇ ਲੱਖਣ ਕਥਨ ਕੀਤੇ ਹੈ। ਸਾਧੂਆਂ ਦੀ ਇਹ ਕਥਾ ਸਤਿਗੁਰਾਂ ਜੀ ਨੇ ਕਹੀ ਹੈ। ਸਾਧੂਆਂ ਦੀ ਮੁਕਤ ਪੁਰਖਾਂ ਦੀ ਸੰਗਤ ਕਰਨ ਨਾਲ ਜੋ ਲਾਭ ਪ੍ਰਾਪਤ ਹੁੰਦਾ ਹੈ, ਸੱਚੇ ਪਾਤਸ਼ਾਹ ਜੀ ਉਹ ਸੰਗਤ ਦਾ ਲਾਭ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਕੇ ਦੱਸ ਰਹੇ ਹੈ, ਜਿਸ ਕਰਕੇ ਸੰਗਤ ਦੇ ਉੱਪਰ ਸਾਡਾ ਨਿਸ਼ਚਾ ਵੱਜ ਜਾਵੇ। ਸੰਗਤ ਕਰਕੇ ਅਸੀਂ ਕਲਿਆਣ ਨੂੰ ਪ੍ਰਾਪਤ ਹੋਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਲੋਕ ਦੀ ਪ੍ਰਾਰੰਭਤਾ ਕੀਤੀ ਸੀ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਉਹ ਗਮਤਾ ਤੋਂ ਪਰੇ ਹੈ, ਫਿਰ ਡੂੰਘਾ ਹੈ, ਪਾਪਾਂ ਪੁੰਨਾਂ ਤੋਂ ਪਰੇ ਹੈ। ਜਿਹੜਾ ਵੀ ਪ੍ਰਾਣੀ ਚਾਹੇ ਉੱਤਮ ਹੈ ਚਾਹੇ ਨੀਚ ਹੈ, ਉਹਦੇ ਜਸ ਨੂੰ ਕਹੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਮੁਕਤ ਹੋ ਜਾਵੇਗਾ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੰਪਰਦਾਏ ਅਚਰਜ ਪਾਠ ਕਰਦੇ ਹੈ, ਤੇ ਉਸ ਤਰ੍ਹਾਂ ਬਾਹਰ ਪੜ੍ਹਨ ਵਾਸਤੇ ਅਚਰਜ ਵੀ ਪੜ੍ਹ ਦਿੰਦੇ ਆ, ਪਰ ਜਿਹੜਾ ਹੈ ਇਹ ਸੰਪਰਦਾਇ ਪਾਠ ਅਚਰਜ ਪਾਠ ਹੀ ਹੈ। ਅਰਥਾਂ ਵਿੱਚ ਜ਼ਰੂਰ ਅਚਰਜ ਕਹੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਬੇਨਤੀ ਪੂਰਵਕ ਹੈ ਮਿੱਤਰ ਗੁਰਸਿੱਖ ਅਸੀਂ ਦੱਸਦੇ ਹਾਂ, ਸਾਧੂਆਂ ਦੀ ਕਥਾ ਸਾਧੂਆਂ ਦਾ ਪ੍ਰਸੰਗ ਬੜਾ ਵਿਸਮਾਦ ਪੂਰਵਕ ਹੈ, ਬੜਾ ਅਚਰਜ ਹੈ, ਬੜਾ ਵਿਸਮਾਦੀ ਹੈ। ਜਿਹੜੀ ਚੀਜ਼ ਸਮਝ ਤੋਂ ਪਰੇ ਹੋਵੇ ਉਹਨੂੰ ਵਿਸਮਾਦ ਕਹਿੰਦੇ ਆ। ਜਿਹੜੀ ਬੁੱਧੀ ਤੋਂ ਪਰੇ ਹੋਵੇ ਸਾਧ ਸੰਗਤ ਜੀ ਉਹਨੂੰ ਅਚਰਜ ਕਹਿੰਦੇ ਆ, ਕਿਉਂਕਿ ਜਿਹੜੀ ਚੀਜ਼ ਸਮਝ ਆ ਜਾਵੇ ਉਹਦਾ ਕਾਰਨ ਪਤਾ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰੀ ਖੇਡ ਵਿਸਮਾਦ ਵਾਲੀ ਹੈ, ਅਚਰਜਤਾਈ ਵਾਲੀ ਹੈ। ਬਹੁਤ ਐਸੀ ਕਲਾ ਵਰਤਦੀ ਹੈ ਜਿਸ ਨੂੰ ਜੀਵ ਤੋਂ ਆਪਣੇ ਮਨ ਦੇ ਅੰਦਰ ਗਮਤਾ ਨਹੀਂ ਕਰ ਸਕਦਾ ਹੈ। ਸਾਧੂਆਂ ਦੀ ਸੰਗਤ ਕਰਨ ਨਾਲ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਹਜ਼ੂਰ ਨੇ ਫਰਮਾਇਆ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀ ਜਿੰਨੀ ਮੈਲ ਵੈ ਸਾਧ ਸੰਗਤ ਜੀ ਉਹ ਨਾਸ਼ ਹੋ ਜਾਂਦੀ ਹੈ। ਰਾਗ ਦੁਆਖ ਦੀਆਂ ਮੈਲਾਂ ਧੁੱਪ ਜਾਂਦੀਆਂ ਹਨ। ਸਾਧੂ ਮਹਾਤਮਾ ਦੀ ਪਰ ਸੰਗਤ ਕਰਨ ਨਾਲ ਸ੍ਰੇਸ਼ਟ ਗਿਆਨ ਉਤਪੰਨ ਹੋ ਜਾਂਦਾ ਹੈ। ਵਾਹਿਗੁਰੂ ਨੂੰ ਨੇੜੇ ਜਾਣ ਲਈਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨਾਮ ਰੂਪੀ ਰਤਨ ਲੱਭ ਜਾਂਦਾ ਹੈ। ਇੱਕ ਮਨ ਦੇ ਰੋਕਣ ਤੇ ਯਤਨ ਦੇਣ ਲੱਗ ਜਾਂਦਾ ਹੈ ਗੁਰਮੁਖ। ਇੱਕ ਵਾਹਿਗੁਰੂ ਦੀ ਪ੍ਰਾਪਤੀ ਉੱਤੇ ਯਤਨ ਦੇਣ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਏਡਾ ਵੱਡਾ ਲਾਭ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਕਿ ਨਾਮ ਨੂੰ ਪਾ ਕਰਕੇ ਜੀਵ ਨਿਹਾਲ ਹੋ ਜਾਂਦੇ ਹੈ। ਸਾਧੂਆਂ ਦੀ ਸੋਭਾ ਪ੍ਰਭੂ ਦੇ ਅੰਦਰ ਹੀ ਮਿਲੀ ਹੋਈ ਹੈ, ਸਮਾਈ ਹੋਈ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਇੰਦਰੀਆਂ ਦੇ ਅਗੋਚਰ ਹੈ ਆਤਮਕ ਅਵਸਤੂ ਉਹ ਮਿਲ ਪੈਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਪ੍ਰਫੁੱਲਤ ਹੋ ਜਾਂਦਾ ਹੈ ਜੀਵ, ਉਹਦੇ ਪੰਜੇ ਵਕਾਰ ਵਸ ਵਿੱਚ ਆ ਜਾਂਦੇ ਹੈ। ਐਸੀ ਉੱਚੀ ਪਦਵੀ ਨੂੰ ਪਾਉਂਦਾ ਜਿੱਥੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਨਹੀਂ ਪਹੁੰਚ ਸਕਦੇ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ।
ਉਹਦੇ ਮਨ ਤੋਂ ਐਸੇ ਬਚਨ ਨਿਕਲਦੇ ਐ ਜਿਨ੍ਹਾਂ ਬਚਨਾਂ ਕਰਕੇ ਸਾਰਿਆਂ ਦਾ ਮਨ ਮੋਹਿਤ ਹੋ ਜਾਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਮਨ ਫਿਰ ਭਟਕਦਾ ਨਹੀਂ, ਸੰਗਤ ਕਰਨ ਵਾਲੇ ਦਾ ਟਿਕਾ ਪਾ ਲੈਂਦਾ ਹੈ, ਮਾਇਆ ਤੋਂ ਭਿੰਨ ਹੋ ਜਾਂਦਾ ਹੈ। ਜਿਹੜੀ ਦੁੱਖ ਅਸਤ ਤੇ ਜੜ ਰੂਪ ਹੈ, ਇਸ ਮਾਇਆ ਤੋਂ ਵੀ ਮਹਾਰਾਜ ਕਹਿੰਦੇ ਉਸ ਦਾ ਛੁਟਕਾਰਾ ਹੋ ਜਾਂਦਾ ਹੈ। ਪ੍ਰਭੂ ਉਹਨਾਂ ਤੇ ਭਲੀ ਪ੍ਰਕਾਰ ਪ੍ਰਸੰਨ ਹੁੰਦਾ ਹੈ, ਦੁਸ਼ਮਣ ਮਿੱਤਰ ਬਣ ਜਾਂਦੇ ਹੈ, ਕੋਈ ਵੀ ਮੰਦਾ ਨਹੀਂ ਦਿਸਦਾ, ਸਾਰਿਆਂ ਵਿੱਚ ਵਾਹਿਗੁਰੂ ਜੀ ਦੀ ਜੋਤ ਦਿਖਾਈ ਦਿੰਦੀ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਦਾਤ ਪ੍ਰਾਪਤ ਹੋ ਜਾਂਦੀ ਹੈ। ਪਰਮ ਆਨੰਦ ਨੂੰ ਪਰਾ ਕੇ ਨਿਹਾਲ ਹੁੰਦੇ ਆ। ਹੰਕਾਰ ਦਾ ਤਾਪ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਆਪਾ ਭਾਵ ਤਿਆਗ ਦਿੰਦੇ ਆ ਸਾਰਾ ਹੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਪੇ ਜਾਣੈ ਸਾਧ ਵਡਾਈ। ਸਾਧੂ ਦੀ ਵਡਿਆਈ ਨੂੰ ਮੇਰਾ ਵਾਹਿਗੁਰੂ ਆਪੇ ਹੀ ਜਾਣਦਾ ਹੈ। ਸਤਿਗੁਰੂ ਜੀ ਨੇ ਕਿਹਾ ਨਾਨਕ ਸਾਧ ਪ੍ਰਭੂ ਬਣ ਆਈ। ਸਾਧੂਆਂ ਦੀ ਪ੍ਰਭੂ ਨਾਲ ਬਣ ਆਈ, ਪਦਾਰਥਾਂ ਨਾਲ ਨਹੀਂ ਬਣ ਆਈ। ਉਹਨਾਂ ਦੀ ਪ੍ਰੀਤ ਵਾਹਿਗੁਰੂ ਨਾਲ ਬਣ ਆਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਇਹੋ ਜੀ ਸਾਧੂਆਂ ਦੀ ਪ੍ਰੀਤ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਭਟਕਣਾ ਤੋਂ ਰਹਿ ਜਾਂਦੇ ਆ, ਆਤਮਿਕ ਆਨੰਦ ਦੇ ਸਦੀਵੀ ਸੁੱਖ ਨੂੰ ਪਾ ਲੈਂਦੇ ਆ, ਵਾਹਿਗੁਰੂ ਜੀ ਦੀ ਸਾਖਿਆਤਤਾ ਹੋ ਜਾਂਦੀ ਹੈ। ਨਹੀਂ ਜਰੇ ਜਾਣ ਵਾਲੇ ਜਿਹੜੇ ਆ ਨਾ ਵਕਾਰ, ਉਹਨਾਂ ਨੂੰ ਅੰਦਰ ਹੀ ਜਰ ਲੈਂਦੇ ਆ, ਬਰਦਾਸ਼ਤ ਕਰ ਲੈਂਦੇ ਆ। ਆਤਮਿਕ ਆਨੰਦ ਨੂੰ ਜਿਹੜਾ ਝੱਲਿਆ ਨਹੀਂ ਜਾਂਦਾ ਕਿਸੇ ਕੋਲੋਂ, ਉਹਨੂੰ ਅੰਦਰ ਹੀ ਝੱਲ ਲੈਂਦੇ ਆ। ਉੱਚੇ ਤੋਂ ਉੱਚਾ ਥਾਂ ਜਿਹੜਾ ਹੈ ਨਾ ਤੁਰਿਆ ਪਦ, ਉਹ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਰੂਪ ਰੂਪੀ ਮਹਿਲ 'ਚ ਪਹੁੰਚ ਕੇ ਨਿਹਾਲ ਹੁੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਸੰਗਤ ਕਰਨ ਵਾਲੇ ਆ ਨਾ ਸਭ ਧਰਮ ਨੂੰ ਪ੍ਰਪੱਕ ਕਰ ਲੈਂਦੇ, ਧਰਮ ਨਹੀਂ ਛੱਡਦੇ। ਚਾਹੇ ਸਿਰ ਚਲਿਆ ਜਾਵੇ ਤਾਂ ਚਲਿਆ ਜਾਵੇ, ਧਰਮ ਕਮਾਉਣੋਂ ਨਹੀਂ ਥੱਕਦੇ, ਨਹੀਂ ਹਾਰਦੇ। ਸਾਰੇ ਧਰਮਾਂ ਵਿੱਚ ਵਾਹਿਗੁਰੂ ਨੂੰ ਦ੍ਰਿੜ ਕਰ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਸੰਗਤ ਕਰਨ ਵਾਲੇ ਦਾ ਪਿਆਰ ਕੇਵਲ ਪਾਰ ਬ੍ਰਹਮ ਵਾਹਿਗੁਰੂ ਨਾਲ ਹੈ, ਪਰਮੇਸ਼ਰ ਨਾਲ ਹੈ। ਉਹਨਾਂ ਨੂੰ ਤਾਂ ਕੇਵਲ ਵਾਹਿਗੁਰੂ ਸਭ ਦੇ ਅੰਦਰ ਦਿਖਾਈ ਦਿੰਦਾ ਹੈ। ਸਾਰੇ ਖਜ਼ਾਨੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਆ। ਮਹਾਰਾਜ ਕਹਿੰਦੇ ਐਸੇ ਸਾਧੂ ਤੋਂ, ਐਸੇ ਜੀਵਨ ਮੁਕਤ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਸੱਚੇ ਪਾਤਸ਼ਾਹ ਜੀ ਅੱਗੇ ਜਿਵੇਂ 5ਵੀਂ ਪੌੜੀ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ, ਤੋ ਇਕਾਗਰ ਚਿਤ ਸਰਵਣ ਕਰੀਏ ਜੀ। ਸਾਧ ਕੈ ਸੰਗ ਸਭ ਕੁਲ ਉਧਾਰੈ। ਮਹਾਰਾਜ ਕਹਿੰਦੇ ਜਿਹੜਾ ਜੀਵਨ ਮੁਕਤ ਪੁਰਖ ਦੀ ਸੰਗਤ ਕਰਨ ਵਾਲਾ ਹੈ, ਸਾਧੂ ਦੀ ਸੰਗਤ ਕਰਨ ਵਾਲਾ ਹੈ, ਉਹ ਆਪ ਨਹੀਂ ਕੱਲਾ ਉਧਰਦਾ, ਆਪਣੀਆਂ ਬੇਗਤ ਗਈਆਂ ਕੁੱਲਾਂ ਨੂੰ ਵੀ ਉਧਾਰ ਲੈਂਦਾ ਹੈ। ਜਿਹੜੇ ਸਾਧ ਸੰਗਤ ਜੀ ਅਧੋਗਤੀ ਨੂੰ ਗਏ ਹੁੰਦੇ ਆ, ਉਹਨਾਂ ਦੀ ਵੀ ਕਲਿਆਣ ਕਰ ਲੈਂਦਾ ਹੈ। ਉਹਦੇ ਪਿੱਤਰ ਵੀ ਉਧਰ ਜਾਂਦੇ ਆ, ਉਹਦੀਆਂ ਆਉਣ ਵਾਲੀਆਂ ਕੁੱਲਾਂ ਵੀ ਜਿਹੜੀਆਂ ਉਹਨਾਂ ਨੂੰ ਕਰਮ ਜਿਹੜੇ ਉਹਨਾਂ ਦੇ ਨਾਸ਼ ਹੋ ਜਾਂਦੇ ਬੁਰੇ, ਉਹਨਾਂ ਨੂੰ ਵੀ ਸਦਬੁੱਧੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸਾਧ ਕੈ ਸੰਗ ਸਭ ਕੁਲ ਉਧਾਰੈ। ਸਾਧ ਸੰਗਤ ਜੀ ਜਿਹੜੀ ਦੇਵੀ ਕੁਲ ਹੈ ਨਾ ਜੀਵ ਦੇ ਅੰਦਰ, ਆਸੁਰੀ ਸੰਪਦਾ ਦੇ ਥੱਲੇ ਦਬੀ ਹੋਈ, ਉਹਦਾ ਵੀ ਉਧਾਰ ਕਰ ਲੈਂਦਾ ਸਾਧੂ ਦੀ ਸੰਗਤ ਕਰਨ ਵਾਲਾ। ਬੜੇ ਦੇਵੀ ਗੁਣ ਉਸ ਦੇ ਅੰਦਰ ਸਾਖਿਆਤ ਹੋ ਆਉਂਦੇ ਆ, ਪ੍ਰਗਟ ਹੋ ਆਉਂਦੇ ਆ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਫਿਰ ਸਾਧੂ ਦੀ ਸੰਗਤ ਕਰਨ ਵਾਲਾ ਆਪਣੇ ਸੱਜਣਾਂ ਦਾ, ਮਿੱਤਰਾਂ ਦਾ, ਕੁਟੰਬ ਜੋ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ, ਸਭ ਨੂੰ ਹੀ ਇਸ ਨਿਸਪਰਪੰਚ ਤੋਂ ਤਾਰ ਲੈਂਦਾ ਸਤ ਸੰਗਤ ਵਿੱਚ ਲਾ ਕਰਕੇ। ਉਹਨਾਂ ਨੂੰ ਵੀ ਸਤ ਸੰਗਤ ਵਿੱਚ ਲਾ ਲੈਂਦਾ। ਜੇ ਕੋਈ ਸਤਸੰਗੀ ਦੀ ਮਿੱਤਰਤਾ ਕਰੇ ਤਾਂ ਫਿਰ ਉਹਨੂੰ ਵੀ ਪ੍ਰੇਰ ਕੇ ਉਹ ਸੰਗਤ ਵਿੱਚ ਲੈ ਆਉਂਦਾ ਹੈ। ਉਹਦਾ ਕੋਈ ਸਖਾ ਹੋਵੇ ਬਹੁਤਾ ਪਿਆਰ ਵਾਲਾ, ਉਹਨੂੰ ਵੀ ਪ੍ਰੇਰਨਾ ਕਰਕੇ ਆਪਣੇ ਕੁਟੰਬ ਪਰਿਵਾਰ ਨੂੰ, ਆਪਣੀ ਇਸਤਰੀ ਨੂੰ, ਆਪਣੇ ਬੱਚਿਆਂ ਨੂੰ ਉਹ ਕੱਲਾ ਨਹੀਂ ਉਧਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਸੱਜਣਾ ਨੂੰ, ਮਿੱਤਰਾਂ ਨੂੰ, ਇਸਤਰੀ ਤੋਂ ਵਧੇ ਹੋਏ ਸਾਰੇ ਪਰਿਵਾਰ ਨੂੰ ਉਤਾਰ ਲੈਂਦਾ ਸਤ ਸੰਗਤ ਵਿੱਚ ਲਾ ਕਰਕੇ। ਇਉਂ ਉਹਨੂੰ ਸਾਰਿਆਂ ਦਾ ਹੀ ਉਧਾਰ ਕਰ ਲੈਂਦਾ ਹੈ। ਏਡੀ ਮਹਾਨ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਸੰਗਤ। ਸਾਧੂ ਕੈ ਸੰਗ ਸੋ ਧਨ ਪਾਵੈ। ਸਾਧੂ ਦੀ ਸੰਗਤ ਕਰਨ ਨਾਲ ਉਹ ਨਾਮ ਦਾ ਧਨ ਖਜ਼ਾਨਾ ਜਿਹੜਾ ਨਾ ਪਾ ਲੈਂਦਾ ਹੈ ਗੁਰਮੁਖ। ਜਿਸ ਧਨ ਤੇ ਸਭ ਕੋ ਵਰਸਾਵੈ। ਜਿਸ ਨਾਮ ਧਨ ਕਰਕੇ ਸਾਧ ਸੰਗਤ ਜੀ ਸਾਰੇ ਲਾਭ ਉਠਾਉਣ,
ਸਾਰੇ ਹੀ ਬਰਸੋ ਜਾਣ। ਉਹ ਨਾਮ ਧਨ ਜਿਹੜਾ ਨਾ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਜਿਸ ਨਾਮ ਧਨ ਨੂੰ ਚੋਰ ਚੁਰਾ ਨਹੀਂ ਸਕਦੇ, ਠੱਗ ਨਹੀਂ ਖੋ ਸਕਦੇ, ਅੱਗ ਨਹੀਂ ਸਾੜ ਸਕਦੀ, ਪਾਣੀ ਨਹੀਂ ਗਾਲ ਸਕਦਾ, ਉਹ ਨਾਮ ਧਨ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਜਿਸ ਧਨ ਤੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਵਰਸੋ ਜਾਂਦੇ, ਸਾਰਿਆਂ ਦਾ ਹੀ ਭਲਾ ਹੋ ਜਾਂਦਾ ਹੈ। ਇਹ ਨਾਮ ਦਾ ਇਹੋ ਜਿਹਾ ਖਜ਼ਾਨਾ ਲੱਭ ਪੈਂਦਾ ਸੰਗਤ ਕਰਨ ਵਾਲੇ ਨੂੰ, ਫਿਰ ਇੰਨਾ ਵਰਤਾਵੇ ਉਹ ਤਾਂ ਵੀ ਨਹੀਂ ਮੁੱਕਦਾ, ਕਿਉਂਕਿ ਉਹਦਾ ਤੋਟਾ ਨਹੀਂ ਆਉਂਦਾ, ਉਹਦਾ ਘਾਟਾ ਨਹੀਂ ਪੈਂਦਾ। ਉਹਦੇ ਕੋਲ ਜਿਹੜਾ ਵੀ ਆ ਕੇ ਬੈਠਦਾ ਹੈ, ਪ੍ਰਭੂ ਦੀ ਸਿਫਤ ਸੁਣਦਾ, ਸਭ ਬਰਸੋ ਜਾਂਦੇ ਹੈ। ਕਿਸੇ ਦੀ ਕਾਮਨਾ ਕੀਤੀ ਹੋਈ ਬਿਰਥੀ ਨਹੀਂ ਜਾਂਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਹੀ ਲਾਭ ਉਠਾਉਂਦੇ ਹੈ। ਐਸਾ ਨਾਮ ਧਨ ਜਿਹੜਾ ਹੈ ਉਹ ਸਤ ਸੰਗਤ ਵਿੱਚੋਂ ਲੱਭ ਪੈਂਦਾ ਹੈ। ਸਤਸੰਗੀ ਨੂੰ ਸਾਧ ਸੰਗ ਧਰਮ ਰਾਏ ਕਰੇ ਸੇਵਾ। ਫਿਰ ਸਾਧੂ ਦੀ ਸੰਗਤ ਕਰਨ ਵਾਲੇ ਦੀ ਸੇਵਾ ਨਾ ਧਰਮ ਰਾਜਾ ਵੀ ਕਰਦਾ ਹੈ। ਧਰਮ ਰਾਜਾ ਵੀ ਉਹਨਾਂ ਦਾ ਸੇਵਕ ਬਣ ਜਾਂਦਾ ਹੈ। ਲੋਕਾਂ ਵਾਸਤੇ ਜਮ ਰੂਪ ਹੈ, ਪਰ ਸਤ ਸੰਗਤ ਕਰਨ ਵਾਲਿਆਂ ਦੇ ਅੱਗੇ ਹੱਥ ਜੋੜ ਕਰਕੇ ਉਹ ਵੀ ਸੇਵਾਦਾਰ ਬਣ ਕਰਕੇ ਨਮਸਕਾਰ ਕਰਦਾ ਹੈ। ਅਧਿਆਤਮੀ ਹਰ ਗੁਣ ਤਾਸ ਮਨ, ਜਪਹਿ ਤਾਂ ਏਕ ਮੁਰਾਰ, ਤਿਸ ਕੀ ਸੇਵਾ ਧਰਮ ਰਾਏ ਕਰੇ, ਧਨ ਸਵਾਰਨ ਹਾਰ। ਉਹਨਾਂ ਦੀ ਸੇਵਾ ਵਿੱਚ ਧਰਮ ਰਾਜਾ ਵੀ ਹੱਥ ਜੋੜ ਕਰਕੇ ਖਲੋ ਜਾਂਦਾ ਹੈ। ਜੇ ਉਹਨਾਂ ਨੂੰ ਪੁੱਛੀਏ ਮਹਾਰਾਜ ਧਰਮ ਰਾਜਾ ਤੁਹਾਡੀ ਸੇਵਾ 'ਚ ਕਿਉਂ ਖਲੋਂਦਾ ਹੈ ਹੱਥ ਜੋੜ ਕਰਕੇ, ਉਹ ਕਹਿੰਦੇ ਨੇ ਸੰਤਨ ਮੋਹ ਕੋ ਪੂੰਜੀ ਸੌਂਪੀ, ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟੇ ਉਹ ਸਗਲੋ ਲੇਖਾ। ਉਹ ਕਹਿੰਦੇ ਧਰਮ ਰਾਜਾ ਹੁਣ ਕੀ ਕਰ ਸਕਦਾ, ਕਿਉਂਕਿ ਸੰਤਨ ਮੋਹ ਕੋ ਪੂੰਜੀ ਸੌਂਪੀ, ਸੰਤਾਂ ਨੇ ਸਾਨੂੰ ਨਾਮ ਧਨ ਦੀ ਪੂੰਜੀ ਸੌਂਪ ਦਿੱਤੀ ਹੈ। ਉਤਰਿਆ ਮਨ ਕਾ ਧੋਖਾ, ਜਿਹੜਾ ਮਾਇਆ ਦਾ ਧੋਖਾ ਪਿਆ ਹੋਇਆ ਸੀ ਉਹ ਤਾਂ ਸਾਰਾ ਹੀ ਉਤਰ ਗਿਆ। ਹੁਣ ਧਰਮ ਰਾਜਾ ਕਰੇਗਾ ਕੀ, ਕਿਉਂਕਿ ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟੇ ਉਹ ਸਗਲੋ ਲੇਖਾ। ਲੇਖੇ ਦੇ ਕਾਗਜ਼ ਹੀ ਹੈ ਨਹੀਂ, ਪੜ੍ਹਨਾ ਕੀ ਹੈ ਧਰਮ ਰਾਜੇ ਨੇ। ਉਹ ਤਾਂ ਸਤ ਸੰਗਤ ਨੇ ਸਾਰੇ ਹੀ ਪਾੜ ਦਿੱਤੇ। ਉਹ ਤਾਂ ਸੰਗਤ ਕਰਕੇ ਨਾਮ ਜਪ ਕੇ ਸਾਰਾ ਲੇਖਾ ਹੀ ਖਤਮ ਹੋ ਗਿਆ। ਤੇ ਜਿਹਦਾ ਲੇਖਾ ਹੀ ਪਾਟ ਗਿਆ, ਜਿਹਦੇ ਕਾਗਜ਼ ਹੀ ਪਾਟ ਗਏ ਨੇ, ਉਹਨਾਂ ਦੀ ਸੇਵਾ ਧਰਮ ਰਾਜਾ ਵੀ ਉੱਠ ਕਰਕੇ ਕਰਦਾ ਹੈ। ਨਾਮ ਧਿਆਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ, ਕੀਤੋ ਭਵਨ ਪੁਨੀਤ। ਧਰਮ ਰਾਜਾ ਉਹਨਾਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜ ਚਵੈ ਦਾ ਅਰਥ ਹੁੰਦਾ ਕਹਿਣਾ, ਨਾਨਕ ਧਰਮ ਐਸੇ ਚਵੈ। ਇਸ ਤਰ੍ਹਾਂ ਕਹਿੰਦਾ ਧਰਮ ਰਾਜਾ। ਕੀ ਕਹਿੰਦਾ, ਉੱਠ ਕੇ ਕਹਿੰਦਾ ਹੱਥ ਜੋੜ ਕੇ, ਕੀਤੋ ਭਵਨ ਪੁਨੀਤ, ਮਹਾਰਾਜ ਮੇਰੀ ਧਰਮਪੁਰੀ ਪਵਿੱਤਰ ਕਰ ਦਿੱਤੀ ਜੇ ਤੁਸੀਂ ਚਰਨ ਪਾ ਕਰਕੇ। ਭਾਈ ਗੁਰਦਾਸ ਸਾਹਿਬ ਜੀ ਨੇ ਰਾਜੇ ਜਨਕ ਜੀ ਦਾ ਜ਼ਿਕਰ ਕੀਤਾ ਆਪਣੀ ਵਾਰ ਦੇ ਅੰਦਰ। ਜਦੋਂ ਉਹਨਾਂ ਨੇ ਰੋਂਦੇ ਕਰਲਾਉਂਦੇ ਨਰਕ ਦੇ ਅੰਦਰ ਜਿਹੜੇ ਪਾਪੀ ਜੀਵ ਸੀ ਉਹਨਾਂ ਦੀ ਆਵਾਜ਼ ਸੁਣੀ ਸੀ ਤੇ ਉਧਰ ਨੂੰ ਆਪਣਾ ਵਿਮਾਨ ਪਵਾ ਲਿਆ ਸੀ। ਕਹਿੰਦੇ ਚਲੋ ਧਰਮ ਰਾਜੇ ਦੀ ਕਚਹਿਰੀ ਵਿੱਚ ਚੱਲੀਏ। ਜਦੋਂ ਧਰਮ ਰਾਜੇ ਦੀ ਕਚਹਿਰੀ ਵਿੱਚ ਆਏ ਨੇ ਤੇ ਭਾਈ ਗੁਰਦਾਸ ਸਾਹਿਬ ਨੇ ਆਖਿਆ ਧਰਮ ਰਾਏ ਨੂੰ ਆਖਿਓਨ ਸਭਨਾਂ ਦੀ ਕਰ ਬੰਦ ਖਲਾਸੀ। ਤੇ ਧਰਮ ਰਾਜਾ ਅੱਗੋਂ ਧਰਮ ਰਾਏ ਬੇਨਤੀ ਕਰੈ, ਹਉ ਸੇਵਕ ਠਾਕੁਰ ਅਬਨਾਸੀ। ਧਰਮ ਰਾਜਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤਾਂ ਸੇਵਕ ਹਾਂ, ਹੁਕਮ ਕਰੋ। ਧਰਮ ਰਾਜਾ ਵੀ ਹੱਥ ਜੋੜ ਕਰਕੇ ਖਲੋ ਗਿਆ। ਇਹ ਗਵਾਹੀਆਂ ਨੇ ਸ੍ਰੀ ਗੁਰੂ ਜੀ ਦੀ ਬਾਣੀ ਵਿੱਚ। ਭਾਈ ਗੁਰਦਾਸ ਸਾਹਿਬ ਜੀ ਗਵਾਹੀ ਭਰ ਰਹੇ ਹੈ ਕਿ ਧਰਮ ਰਾਏ ਬੇਨਤੀ ਕਰੈ। ਜਿਨ੍ਹਾਂ ਨੂੰ ਸਜ਼ਾਵਾਂ ਦਿੰਦਾ ਧਰਮ ਰਾਜਾ, ਕਹਿੰਦਾ ਇਹਨੂੰ ਆਹ ਸਜ਼ਾ ਦੇ, ਉਹਨੂੰ ਪਕੜ ਲਓ, ਇਹਨੇ ਆਹ ਕਰਮ ਕੀਤਾ। ਤੇ ਜੇ ਕੋਈ ਸਤਸੰਗੀ ਚਲੇ ਜਾਂਦਾ, ਨਾਮ ਦੇ ਜਪਣ ਵਾਲਾ ਚਲੇ ਜਾਂਦਾ, ਉਹਦੇ ਅੱਗੇ ਹੱਥ ਜੋੜ ਕੇ ਧਰਮ ਰਾਜਾ ਵੀ ਬੇਨਤੀ ਕਰਦਾ ਤੇ ਕਹਿੰਦਾ ਹਉ ਸੇਵਕ ਠਾਕੁਰ ਅਬਨਾਸੀ। ਮਹਾਰਾਜ ਮੈਂ ਤਾਂ ਸੇਵਕ ਹਾਂ, ਨੌਕਰ ਹਾਂ, ਹੁਕਮ ਕਰੋ। ਮਾਲਕ ਦੀ ਸੇਵਾ ਵਿੱਚ ਬੱਝਾ ਹੋਇਆ ਹਾਂ। ਤੇ ਫਿਰ ਨਾਮ ਦੇ ਸਿਮਰਨ ਦੀ ਕਮਾਈ ਇੱਕ ਘੜੀ ਦੀ ਦੇ ਕਰਕੇ ਸਾਰੇ ਦੇ ਸਾਰੇ ਨਰਕ ਜਿਹੜੇ ਸੀ ਜਨਕ ਰਾਜਾ ਜੀ ਨੇ ਖਾਲੀ ਕਰ ਦਿੱਤੇ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਧਰਮ ਰਾਜਾ ਵੀ ਸਾਧੂ ਦੀ ਸੰਗਤ ਕਰਨ ਵਾਲੇ ਦੀ ਸੇਵਾ ਕਰਦਾ ਹੈ। ਵੇਖੋ ਸਤ ਸੰਗਤ ਦੀ ਕਿੱਡੀ ਵੱਡੀ ਮਹਿਮਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿੱਥੇ ਜੀਵ ਜੰਤ ਫੜ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ, ਬੜਾ ਰਾਜੇ ਦੀ ਬਾਬਤ ਕਿਹਾ ਕਰਰੋ ਧਰਮ ਰਾਇਆ, ਬੜਾ ਕਰੜਾ ਜੇ, ਬੜਾ ਸਖਤ ਜੇ, ਤੇ ਉਹ ਨਹੀਂ ਕਿਸੇ ਦਾ ਲਿਹਾਜ਼ ਕਰਦਾ। ਪਰ ਸਤਸੰਗੀ ਵਾਸਤੇ ਵੇਖ ਲਓ ਕਿੰਨਾ ਨਰਮ ਮੈਂ ਧਰਮ ਰਾਜ ਆਵੇ। ਉਹ ਵੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਹੁਕਮ ਕਰ ਦੇ, ਮੇਰੀ ਇਹ ਪਵਿੱਤਰ ਕਰ ਦਿੱਤੀ ਤੁਸੀਂ ਧਰਮਪੁਰੀ, ਬੜੇ ਹੀ ਵੱਡੇ ਮੇਰੇ ਭਾਗ। ਇੰਨਾ ਜ਼ਿਆਦਾ ਧਰਮ ਰਾਜਾ ਵੀ ਹੱਥ ਜੋੜ ਕਰਕੇ ਹਜੂਰ ਕਹਿੰਦੇ ਸੇਵਾ ਕਰਦਾ ਹੈ। ਜਿਨ ਭਾਈ ਸਤਸੰਗਤ ਕੀਤੀ ਹੈ, ਪਿਆਰ ਲਾ ਕੇ ਨਾਮ ਜਪਿਆ ਵਾਹਿਗੁਰੂ ਜੀ ਦਾ, ਸਤਸੰਗਤ ਐਡੀ ਮਹਾਨ ਹੈ। ਸਾਧ ਸੰਗ ਸੋਭਾ ਸੁਰ ਦੇਵਾ। ਫਿਰ ਮਹਾਰਾਜ ਫਰਮਾਉਂਦੇ ਆ ਕਿ ਸਾਧੂ ਦੀ ਸੰਗਤ ਕਰਨ ਵਾਲੇ ਦੀ ਸੋਭਾ ਜਿਹੜੀ ਹੈ ਨਾ, ਇਹ ਸੁਰਦੇਵਾ ਇੰਦਰ ਵੀ ਕਰਦਾ ਹੈ। ਉਹ ਵੀ ਕਿਉਂ ਸੋਭਾ ਕਰਦੇ ਆ? ਉਹ ਵੇਖ ਵੇਖ ਕੇ ਸਤ ਸੰਗਤ ਵੱਲ ਕਹਿੰਦੇ ਆ ਕਿ ਅਸੀਂ ਇੰਦਰ ਦੀ ਪਦਵੀ ਦਾ ਏਡਾ ਵੱਡਾ ਰਾਜ ਪਾ ਕੇ, ਇੰਨੀਆਂ ਅਪਛਰਾਵਾਂ ਪਾ ਕੇ, 1000 ਨੇਤਰ ਪਾ ਕੇ, ਤਾਂ ਵੀ ਵਾਸ਼ਨਾ ਨਹੀਂ ਸਾਡੀ ਮਿਟਦੀ। ਧੰਨ ਹੈ ਸਤ ਸੰਗਤ ਜਿਹਦੀ ਕਰਨ ਨਾਲ ਵਾਸ਼ਨਾ ਮਿਟ ਜਾਂਦੀ ਹੈ। ਇਸ ਕਰਕੇ ਇੰਦਰ ਵਰਗੇ ਦੇਵਤੇ ਵੀ ਸੋਭਾ ਕਰਦੇ ਆ ਸਤ ਸੰਗਤ ਦੀ, ਕਿ ਸਤ ਸੰਗਤ ਧੰਨ ਹੈ ਜਿਸ ਸਤ ਸੰਗਤ ਵਿੱਚ ਜੁੜ ਕਰਕੇ ਸਾਰੀਆਂ ਹੀ ਅੰਦਰੋਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ। ਤੇ ਸੋਭਾ ਸੁਰ ਦੇਵਾ ਸਾਧ ਸੰਗਤ ਜੀ, ਜਿਹੜੇ ਜਿਨ੍ਹਾਂ ਅੰਦਰ ਦੈਵੀ ਗੁਣ ਬਹੁਤ ਜ਼ਿਆਦੇ ਹੁੰਦੇ ਆ ਨਾ, ਉਹਨਾਂ ਨੂੰ ਮਨੁੱਖਾਂ ਨੂੰ ਵੀ ਸੁਰ ਦੇਵਤੇ ਕਹਿੰਦੇ ਆ। ਇੱਕ ਜਿਹੜੇ ਬ੍ਰਹਮਾ ਦੇ ਇਸ ਪ੍ਰਕਾਰ ਸੰਕਲਪ ਨਾਲ ਬਣੇ ਹੋਏ ਦੇਵਤੇ, ਜਿਹੜੇ 33 ਕਰੋੜ ਇਹਨੂੰ ਅਜਾਨ ਸੰਗਿਆ ਵਾਲੇ ਦੇਵਤੇ ਕਹਿੰਦੇ ਆ, ਕਰਮ ਦੇਵਤੇ ਹੁੰਦੇ ਹਨ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਭਾਈ ਸਾਰੇ ਹੀ ਦੇਵਤੇ ਹਨ, ਚਾਹੇ ਉਹ ਦੈਵੀ ਗੁਣਾਂ ਵਾਲੇ ਐ, ਸ਼ੁਭ ਗੁਣਾਂ ਨੂੰ ਕਮਾਉਣ ਵਾਲੇ, ਇਹ ਸਾਰੇ ਹੀ ਸਤ ਸੰਗਤ ਦੀ ਸੋਭਾ ਕਰਦੇ ਆ। ਕਵੀ ਸੰਗਤ ਦੇ ਬਰਾਬਰ ਨਹੀਂ ਕੋਈ, ਐਡੀ ਉਹ ਸੰਗਤ ਦੀ ਸੋਭਾ ਸਾਰੇ ਕਰਦੇ ਹਨ। ਇਸੇ ਪ੍ਰਕਾਰ ਹੀ ਸਾਧ ਸੰਗ ਸੋਭਾ ਸੁਰ ਦੇਵਾ। ਮਹਾਰਾਜ ਕਹਿੰਦੇ ਭਾਈ ਇਹੋ ਜੇ ਸੋਭਾ ਕਰਦੇ ਹਨ ਸਾਰੇ ਹੀ। ਦੇਵਾ ਪ੍ਰਕਾਸ਼ ਸਰੂਪ ਜੋ ਪਰਮੇਸ਼ਰ ਪ੍ਰਾਪਤ ਹੁੰਦਾ ਹੈ, ਉਹ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਰੇ ਸੋਭਾ ਕਰਦੇ ਹਨ, ਸਾਰੇ ਜਿੰਨੇ ਵੀ ਦੇਵ ਬਿਰਤੀ ਨੂੰ ਧਾਰਨ ਕਰਨ ਵਾਲੇ ਹੈ, ਜਿੰਨੇ ਮਹਾਰਾਜ ਕਹਿੰਦੇ ਭਾਈ ਲੋਕ ਪਰਲੋਕ ਵਿੱਚ ਸਾਰੇ ਸੰਗਤ ਦੀ ਮਹਿਮਾ ਨੂੰ ਜਾਣਦੇ ਹਨ। ਸਾਧੂ ਕੈ ਸੰਗ ਪਾਪ ਪਲਾਇਨ। ਫਿਰ ਸਾਧੂ ਦੀ ਸੰਗਤ ਕਰਨ ਨਾਲ ਸਾਰੇ ਪਾਪ ਜਿਹੜੇ ਨਾ ਪਲਾਇਨ ਭੱਜ ਜਾਂਦੇ ਆ। ਪਾਪ ਜਿਹੜੇ ਆ ਨਾ, ਇਹ ਸਾਧ ਸੰਗਤ ਜੀ ਜਿਵੇਂ ਜੀਵ ਦਾ, ਜਿਵੇਂ ਦੋਸ਼ੀਆਂ ਦਾ ਕੋਈ ਜਿਹੜੇ ਆ ਸਰਕਾਰੀ ਕਰਮਚਾਰੀ ਪਿੱਛਾ ਕਰਦੇ ਨਾ ਪਕੜਨ ਵਾਸਤੇ, ਇਵੇਂ ਪਾਪ ਜੀਵ ਦਾ ਜਨਮਾਂ ਜਨਮਾਂਤਰਾਂ 'ਚ ਪਿੱਛਾ ਕਰਦੇ ਰਹਿੰਦੇ ਆ। ਜਦੋਂ ਇਹਦੇ ਪੁੰਨ ਘਟਦੇ ਆ, ਪਾਪ ਉਸੇ ਵੇਲੇ ਆ ਕੇ ਵਰਤਦੇ ਤੇ ਆਪ ਦਾ ਫਲ ਚੁਕਾਉਂਦੇ ਆ। ਤੇ ਪਾਪਾਂ ਕਰਕੇ ਜੀਵ ਨੂੰ ਪਰਲੋਕ 'ਚ ਵੀ ਸਜ਼ਾ ਮਿਲਦੀਆਂ। ਇਹਦੇ ਕਰਮਾਂ ਦੀ ਇਹੋ ਜੀ ਰੇਖਾ ਮਿਟਦੀ ਨਹੀਂ ਤੇ ਪਾਪ ਇਹਦਾ ਪਿੱਛਾ ਨਹੀਂ ਕਰਨੋਂ ਹਟਦੇ। ਪਰ ਜਦੋਂ ਸਤ ਸੰਗਤ ਕਰਦਾ ਹੈ ਨਾ, ਜਿੰਨੇ ਪਹਿਲਾਂ ਦੇ ਕੀਤੇ ਹੋਏ ਪਾਪ ਉਹ ਪਿੱਛਾ ਨਹੀਂ ਫਿਰ ਕਰਦੇ, ਪਲਾਇਨ ਦੌੜ ਜਾਂਦੇ ਆ, ਸਾਰੇ ਨਾਸ਼ ਹੋ ਜਾਂਦੇ ਆ, ਖਤਮ ਹੋ ਜਾਂਦੇ ਆ। ਸਤ ਸੰਗਤ ਕਰਨ ਦੇ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਮਿੱਠੇ ਅੰਮ੍ਰਿਤ ਵਰਗੇ ਗੁਣ ਵਾਹਿਗੁਰੂ ਦੇ ਗਾਉਂਦੇ ਆ, ਵਾਹਿਗੁਰੂ ਦੀ ਸਿਫਤ ਕਰਦੇ ਆ ਸਤ ਸੰਗੀ। ਇਹ ਸਾਧੂ ਦੀ ਸੰਗਤ ਵਿੱਚ ਹੀ ਦਾਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਜਦੋਂ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖੀ ਦੀ ਕਲਿਆਣ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਹਰ ਵੇਲੇ ਕੀਰਤਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਸ੍ਰੀ ਕੰਠ ਤੋਂ ਨਾਮ ਦਾ ਉਪਦੇਸ਼ ਦਿੰਦੇ। ਇੰਨਾ ਸਤ ਸੰਗਤ ਦਾ ਪ੍ਰਭਾਵ ਕਿ ਜਿਹੜਾ ਵੀ ਆ ਜਾਂਦਾ ਸਤਿਗੁਰੂ ਜੀ ਦੀ ਸੰਗਤ ਵਿੱਚ ਉਹ ਨਿਹਾਲ ਹੋ ਜਾਂਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅੰਮ੍ਰਿਤ ਵਰਗਾ ਪ੍ਰਭੂ ਦਾ ਨਾਮ ਜਿਹੜਾ ਨਾ, ਉਹ ਭਾਈ ਪ੍ਰਾਪਤ ਹੋ ਜਾਂਦਾ ਹੈ। ਵਾਹਿਗੁਰੂ ਦੇ ਗੁਣਾਂ ਨੂੰ ਉਹ ਗਾਉਂਦੇ ਐ। ਇਹ ਸੰਸਾਰ ਦੇ ਗੁਣ ਨਹੀਂ ਗਾਉਂਦੇ, ਮਾਇਆ ਦੇ ਗੁਣ ਨਹੀਂ ਗਾਉਂਦੇ, ਲੋਕਾਂ ਦੀਆਂ ਝੂਠੀਆਂ ਵਡਿਆਈਆਂ ਨਹੀਂ ਉਹ ਗਾਉਂਦੇ। ਸਤ ਸੰਗਤ ਕਰਨ ਵਾਲੇ ਤਾਂ ਅੰਮ੍ਰਿਤ ਵਰਗਾ ਵਾਹਿਗੁਰੂ ਦਾ ਨਾਮ ਜਪਦੇ ਐ ਤੇ ਵਾਹਿਗੁਰੂ ਦੇ ਅੰਮ੍ਰਿਤ ਵਰਗੇ ਨਾਮ ਨੂੰ ਮਿੱਠਾ ਪਾ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਸਾਧ ਕੈ ਸੰਗ ਸਰਬ ਥਾਨ ਗਮ। ਫਿਰ ਸਾਧੂ ਦੀ ਸੰਗਤ ਕਰਨ ਵਾਲੇ ਦੀ ਸਾਰਿਆਂ ਥਾਵਾਂ ਤੇ ਗਮਤਾ ਪਹੁੰਚ ਹੋ ਜਾਂਦੀ ਹੈ। ਉਹ ਸਭ ਥਾਵਾਂ ਤੇ ਪਹੁੰਚ ਕਰ ਲੈਂਦੇ ਐ। ਜਿੱਥੇ ਜਾਣਾ ਚਾਹਣ ਉਹ ਜਾ ਸਕਦੇ ਐ।
ਸਾਧ ਸੰਗਤ ਜੀ ਉਹ ਕਰਮ ਖੰਡ, ਸਰਮ ਖੰਡ, ਗਿਆਨ ਖੰਡ, ਸੱਚ ਖੰਡ ਸਭ ਥਾਵਾਂ ਤੇ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ। ਧਰਮ ਖੰਡ ਨੂੰ ਕਮਾਉਂਦੇ ਹੈ ਤੇ ਫਿਰ ਇਸ ਤਰ੍ਹਾਂ ਉਹਨਾਂ ਦੀ ਸਭ ਥਾਵਾਂ ਤੇ ਪਹੁੰਚ ਹੁੰਦੀ ਹੈ। ਜੋ ਜਾਣਾ ਚਾਹਣ ਬ੍ਰਹਮਪੁਰੀ ਦੇ ਅੰਦਰ, ਸ਼ਿਵਪੁਰੀ ਦੇ ਅੰਦਰ, ਵਿਸ਼ਨੂਪੁਰੀ ਦੇ ਅੰਦਰ, ਪਤਾਲ ਵਿੱਚ ਜਿੱਥੇ ਜਾਣਾ ਚਾਹਣ ਉਹ ਜਾ ਸਕਦੇ ਹੈ। ਸਾਰਿਆਂ ਥਾਵਾਂ ਤੇ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ। ਜਿਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼੍ਰੀ ਹਰਗੋਬਿੰਦਪੁਰ ਵਿੱਚ ਜਦੋਂ ਮਹਾਰਾਜ ਯੁੱਧ ਫਤਿਹ ਕੀਤਾ ਸੀ, ਇੱਥੇ ਇੱਕ ਬਟਾਲੇ ਦਾ ਬ੍ਰਾਹਮਣ ਆਇਆ ਸੀ, ਪ੍ਰਚਲਿਤ ਸਾਖੀ ਹੈ, ਸਤਸੰਗੀਆਂ ਜ਼ਰੂਰ ਸੁਣਿਆ ਹੋਵੇਗਾ। ਉਹਨਾਂ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਗਰੀਬ ਬੜਾ ਹਾਂ ਤੇ ਪੁਰਾਣ ਪੜ੍ਹਿਆ ਹੋਇਆ, ਜੇ ਆਗਿਆ ਕਰੋ ਤੇ ਤੁਹਾਡੇ ਹਜੂਰ ਮੈਂ ਪੁਰਾਣਾਂ ਦੀ ਕਥਾ ਕਰਿਆ ਕਰਾਂ, ਮੈਨੂੰ ਜੋ ਮਿਲੇਗਾ ਗੁਜ਼ਾਰਾ ਚੱਲ ਪਏਗਾ। ਸਤਿਗੁਰੂ ਜੀ ਦਇਆਵਾਨ ਗਰੀਬ ਨਵਾਜ ਜੀ ਨੇ ਆਗਿਆ ਕਰਤੀ। ਪੰਡਤ ਜੀ ਜਦੋਂ ਕਥਾ ਪੁਰਾਣਾਂ ਵਿੱਚ ਸੁਣਾਉਣ ਤੇ ਉੱਥੇ ਫਿਰ ਉਹਨਾਂ ਜ਼ਿਕਰ ਆਇਆ ਕਿ ਪ੍ਰਲੋਕ ਵਿੱਚ ਨਾ ਚਾਹੇ ਪਾਪੀ ਹੈ ਚਾਹੇ ਪੁੰਨੀ, ਉਹਨੂੰ 1 ਸਾਲ ਦਾ ਸਮਾਂ ਲੱਗ ਜਾਂਦਾ ਹੈ ਪ੍ਰਲੋਕ ਵਿੱਚ ਪਹੁੰਚਣ ਦਾ। ਤੇ ਜਦੋਂ ਉਹ ਪ੍ਰਸੰਗ ਆਇਆ ਤੇ ਸਿੱਖ ਆਪਸ ਵਿੱਚ ਉਸ ਪ੍ਰਸੰਗ ਤੇ ਚਰਚਾ ਕਰਨ ਲੱਗ ਗਏ। ਭਾਈ ਨਿਹਾਲਾ ਜੀ ਕਹਿੰਦੇ ਮੈਨੂੰ ਤਾਂ 4 ਪਹਿਰ ਲੱਗਦੇ ਐ, ਜਿੱਥੇ ਪੰਡਤ ਜੀ ਨੇ ਦੱਸਿਆ ਕਿ ਸਾਲ ਲੱਗਦਾ ਮੈਂ 4 ਪਹਿਰਾਂ 'ਚ ਹੋ ਕੇ ਆ ਸਕਦਾ। ਭਾਈ ਨਿਵਲਾ ਕਹਿੰਦਾ ਕਿ 2 ਪਹਿਰ ਮੇਰੇ ਲਈ ਬੜੇ ਐ। ਤੀਜਾ ਸਿੱਖ ਕਹਿੰਦਾ ਕਿ ਮੈਨੂੰ 1 ਪਹਿਰ ਹੀ ਬੜਾ ਹੈ। ਵਿਧੀ ਚੰਦ ਜੀ ਕਹਿੰਦੇ ਮੈਂ ਅੱਖ ਦੇ ਫੁਰਨੇ ਨਾਲ ਜਾ ਕੇ ਆ ਸਕਦਾ ਹਾਂ। ਇਸ ਤਰ੍ਹਾਂ ਉਹ ਪੰਡਤ ਨੇ ਮਨ ਵਿੱਚ ਫਿਰ ਰੋਸ ਕੀਤਾ ਕਿ ਕਥਾ ਪੁਰਾਣਾਂ ਦੀ ਮੈਂ ਕਰਦਾ ਤੇ ਸਿੱਖ ਇਹ ਕੀ ਕਹਿੰਦੇ ਆ, ਜਿੱਥੇ ਸਾਲ ਦਾ ਸਮਾਂ ਲੱਗਦਾ ਇਹ ਕਹਿੰਦੇ ਆ ਕਿ ਅਸੀਂ ਫੁਰਨੇ 'ਚ ਹੀ ਹੋ ਕੇ ਆ ਸਕਦੇ ਹਾਂ। ਮਹਾਰਾਜ ਕੋਲ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਦੇ ਸਿੱਖ ਝੂਠ ਬੋਲਦੇ ਆ ਜਾਂ ਪੁਰਾਣਾਂ 'ਚ ਝੂਠ ਲਿਖਿਆ ਹੈ? ਹਜੂਰ ਕਹਿੰਦੇ ਕੀ ਗੱਲ ਹੋਈ ਆ ਪੰਡਤ ਜੀ? ਕਹਿਣ ਲੱਗਾ ਮਹਾਰਾਜ ਸਾਲ ਦਾ ਸਮਾਂ ਲਿਖਿਆ ਪੁਰਾਣਾਂ 'ਚ ਤੇ ਤੁਹਾਡੇ ਸਿੱਖ ਕਹਿੰਦਾ, ਕੋਈ ਕਹਿੰਦਾ ਮੈਂ 4 ਪਹਿਰ 'ਚ ਜਾ ਆਉਣਾ, ਕੋਈ ਕਹਿੰਦਾ ਮੈਂ 2 ਪਹਿਰ ਹੀ ਬੜੇ ਆ, ਕੋਈ ਕਹਿੰਦਾ ਮੈਂ ਫੁਰਨੇ 'ਚ ਹੀ ਜਾ ਆਉਣਾ। ਸੱਚੇ ਪਾਤਸ਼ਾਹ ਮਹਾਰਾਜ ਹੱਸ ਪਏ। ਹਜੂਰ ਕਹਿੰਦੇ ਨੇ ਪੰਡਤ ਜੀ ਸਾਡੇ ਸਿੱਖ ਵੀ ਸੱਚੇ ਆ ਤੇ ਤੁਹਾਡੇ ਪ੍ਰਾਣ ਵੀ ਸੱਚੇ ਆ। ਮਹਾਰਾਜ ਇਹ ਕਿਵੇਂ ਹੋਇਆ, ਇੱਕ ਨੂੰ ਸੱਚਾ ਕਹੋ ਨਾ। ਸਤਿਗੁਰੂ ਜੀ ਕਹਿੰਦੇ ਪ੍ਰਾਣਾਂ ਵਿੱਚ ਪਾਪੀਆਂ ਤੇ ਪੁੰਨੀਆਂ ਦੀ ਬਾਬਤ ਹੀ ਲਿਖਿਆ ਹੋਇਆ। ਇਹ ਜਿਹੜੇ ਸਿੱਖ ਵੈ ਨਾ ਇਹ ਨਾ ਤਾਂ ਪਾਪੀ ਹੈ ਨਾ ਪੁੰਨ ਕਰਮ ਕਿਸੇ ਇੱਛਾ ਨੂੰ ਲੈ ਕਰਕੇ ਕਰਦੇ ਆ, ਇਸ ਕਰਕੇ ਪੁੰਨਾਂ ਦੇ ਵੀ ਅਭਿਲਾਸ਼ੀ ਨਹੀਂ ਹਨ। ਇਹ ਤਾਂ ਵਾਹਿਗੁਰੂ ਦੇ ਭਗਤ ਹਨ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਨ। ਇਸ ਕਰਕੇ ਨਾ ਇਹ ਪਾਪੀਆਂ 'ਚ ਆਉਂਦੇ ਨਾ ਪੁੰਨੀਆਂ 'ਚ ਆਉਂਦੇ ਆ। ਇਹ ਸਿੱਖ ਝੂਠ ਨਹੀਂ ਬੋਲਦੇ, ਜਿਹਦੀ ਜਿੰਨੀ ਪਹੁੰਚ ਆ ਉਹ ਓਨੇ ਸਮੇਂ 'ਚ ਹੋ ਕੇ ਆ ਸਕਦਾ ਹੈ। ਫਿਰ ਇਸ ਬ੍ਰਾਹਮਣ ਨੇ ਕਿਹਾ ਮਹਾਰਾਜ ਮੈਨੂੰ ਵੀ ਦਿਖਾਓ ਤਾਂ ਹੀ ਜਾਣਾ ਨਾ। ਮਹਾਰਾਜ ਕਹਿੰਦੇ ਚੰਗਾ ਪੰਡਤ ਜੀ ਤੁਸੀਂ ਵੀ ਕਰੋ ਫਿਰ ਸਿਮਰਨ। ਤੇ ਪੰਡਤ ਫਿਰ ਸਿਮਰਨ ਕਰਨ ਲੱਗ ਗਿਆ ਮਹਾਰਾਜ ਜੀ ਦੀ ਆਗਿਆ ਪਾ ਕੇ। ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹਿੰਦਾ ਹੈ, ਦੋਵੇਂ ਟਾਈਮ ਮਹਾਰਾਜ ਦਾ ਉਪਦੇਸ਼ ਸੁਣਦਾ ਤੇ ਨਾਲ ਸਿਮਰਨ ਕਰਦਾ ਵਾਹਿਗੁਰੂ ਮੰਤਰ ਦਾ। 6 ਮਹੀਨੇ 'ਚ ਪੰਡਤ ਦੀ ਗਮਤਾ ਹੋ ਗਈ। ਫਿਰ ਇਸ ਨੂੰ ਵੀ ਪਤਾ ਲੱਗ ਗਿਆ ਕਿ ਪ੍ਰਲੋਕ ਦਾ ਜਿਹੜਾ ਸਾਲ ਦਾ ਰਸਤਾ ਹੈ ਉੱਥੇ ਤਾਂ ਛਿਨ ਮਾਤਰ ਸਮੇਂ 'ਚ ਮੈਂ ਹੋ ਕੇ ਆ ਸਕਦਾ। ਜਦੋਂ ਇਹਦੀ ਗਮਤਾ ਹੋ ਗਈ, ਪਹੁੰਚ ਹੋ ਗਈ, ਇਹਨ ਵੀ ਫਿਰ ਮਹਾਰਾਜ ਦੀ ਸਿੱਖੀ ਧਾਰਨ ਕੀਤੀ। ਕਿਹਾ ਹਜੂਰ ਬਿਲਕੁਲ ਮੈਂ ਜਾਣ ਲਿਆ, ਤੁਹਾਡੇ ਸਿੱਖ ਜੋ ਕੁਝ ਕਹਿੰਦੇ ਆ ਸਫਲੇ ਹੈ, ਸੱਚ ਕਹਿੰਦੇ ਆ ਸੱਚੇ ਪਾਤਸ਼ਾਹ ਸਿੱਖ ਮੈਂ ਹੁਣ ਜਾਣਿਆ ਹੈ। ਜਿਵੇਂ ਸਾਧ ਸੰਗਤ ਜੀ ਵੇਖੋ ਇੱਥੋਂ ਜੇ ਹਜੂਰ ਸਾਹਿਬ ਤੋਂ ਦਿੱਲੀ ਜਾਣਾ ਹੋਵੇ ਤੇ ਜੇ ਕੀੜੀ ਨੇ ਜਾਣਾ ਹੋਵੇ ਤਾਂ ਕਿੰਨਾ ਚਿਰ ਲਾ ਕੇ ਜਾਵੇ। ਜੇ ਕਿਸੇ ਮਨੁੱਖ ਨੇ ਤੁਰ ਕੇ ਜਾਣਾ ਪੈਦਲ ਤੇ ਉਹ ਕੀੜੀ ਤੋਂ ਜਲਦੀ ਪਹੁੰਚੂਗਾ। ਜੇ ਕਿਸੇ ਨੇ ਘੋੜੇ ਤੇ ਜਾਣਾ ਉਹ ਉਸ ਤੋਂ ਜਲਦੀ ਪਹੁੰਚੇਗਾ, ਜਿਹਨੇ ਮੋਟਰ ਗੱਡੀਆਂ ਤੇ ਜਾਣਾ ਉਸ ਤੋਂ ਜਲਦੀ ਪਹੁੰਚੇਗਾ, ਤੇ ਜਿਹਨੇ ਜਹਾਜ਼ ਤੇ ਜਾਣਾ ਉਸ ਤੋਂ ਜਲਦੀ ਪਹੁੰਚੇਗਾ। ਤੇ ਜਿਹੜਾ ਸਿੱਧ ਹੈ ਜਿਹਨੂੰ ਸ਼ਕਤੀ ਹੈ ਉਹਨੇ ਸੰਕਲਪ ਨਾਲ ਹੀ ਜਾਣਾ, ਉਹ ਤਾਂ ਉੱਥੇ ਹੀ ਬੈਠਾ। ਹੁਣ ਤਾਂ ਸੰਕਲਪ ਨਾਲ ਹੀ ਜਾਣਾ, ਉਸ ਤੋਂ ਤੇਜ਼ ਤਾਂ ਜਹਾਜ਼ ਵੀ ਨਹੀਂ ਜਾ ਸਕਦਾ। ਜਿਹਦੀ ਜਿੰਨੀ ਸ਼ਕਤੀ ਹੈ ਨਾ ਉਨੀ ਸ਼ਕਤੀ ਨਾਲ ਉਹ ਉੱਥੇ ਪਹੁੰਚ ਜਾਂਦਾ ਹੈ। ਇਹ ਸ਼ਰੀਰਾਂ ਕਰਕੇ ਹੀ ਜਿਹੜੀ ਹੈ ਨਾ ਦੇਸ਼ ਕਾਲ ਦੀ ਦੂਰੀ ਭਾਸਦੀ ਹੈ। ਦੇ ਇਹ ਜਦੋਂ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਮਨੁੱਖ ਅਭੇਦ ਹੁੰਦਾ ਹੈ ਨਾ, ਸਤ ਸੰਗਤ ਨਾਲ ਜੁੜਦਾ ਹੈ, ਨਾਮ ਦੀ ਮਹਿਮਾ ਜਿਹੜੀ ਹੈ ਉਸ ਨੂੰ ਪਤਾ ਲੱਗਦੀ ਹੈ ਤੇ ਨਾਮ ਦੇ ਸੁੱਖ ਨੂੰ ਪਾ ਕਰਕੇ ਜਦੋਂ ਇੱਕਮਿਕ ਹੋ ਜਾਂਦਾ ਨਾ
ਫਿਰ ਉਹਦੀ ਸਭ ਥਾਵਾਂ ਤੇ ਗਮਤਾ ਹੋ ਜਾਂਦੀ ਹੈ, ਸਭ ਥਾਵਾਂ ਤੇ ਪਹੁੰਚ ਹੋ ਜਾਂਦੀ ਹੈ। ਜਿਵੇਂ ਇਹ ਦੇਵੀ ਦੇਵਤਿਆਂ ਦੀ ਪਹੁੰਚ ਜਿਹੜੀ ਹੈ ਨਾ ਆਪੋ ਆਪਣੇ ਲੋਕ ਤੱਕ ਹੈ, ਉਸ ਤੋਂ ਅੱਗੇ ਇਹਨਾਂ ਦੀ ਪਹੁੰਚ ਨਹੀਂ ਹੈ। ਫਿਰ ਇਹ ਜਿਵੇਂ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ, ਮਹਾਰਾਜ ਜੀ ਜਦੋਂ ਸੱਚਖੰਡ ਨੂੰ ਜਾਂਦੇ ਆ, ਜਿਹਦੀ ਜਿੱਥੇ ਤੱਕ ਪਹੁੰਚ ਆ ਉੱਥੇ ਤੱਕ ਮਹਾਰਾਜ ਜੀ ਦੇ ਨਾਲ ਜਾਂਦਾ। ਅੱਗੋਂ ਫਿਰ ਸਤਿਗੁਰੂ ਜੀ ਸੱਚਖੰਡ ਜਾਂਦੇ ਆਪਣੇ ਲੋਕ ਨੂੰ, ਸਤ ਸੰਗੀਆਂ ਦੀ ਜਦੋਂ ਸੱਚਖੰਡ 'ਚ ਪਹੁੰਚ ਹੈ ਤੇ ਹੋਰ ਕਿੱਥੇ ਨਹੀਂ ਪਹੁੰਚ ਹੋ ਸਕਦੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਾਧ ਕੈ ਸੰਗ ਸਰਬ ਥਾਨ ਗਮ। ਸਾਰਿਆਂ ਥਾਵਾਂ ਤੇ ਗਮਤਾ ਹੋ ਜਾਂਦੀ ਹੈ, ਪਹੁੰਚ ਹੋ ਜਾਂਦੀ ਹੈ ਸਾਧੂਆਂ ਦੀ ਸੰਗਤ ਕਰਨ ਵਾਲੇ ਮਹਾਂਪੁਰਖ ਦੀ। ਨਾਨਕ ਸਾਧ ਕੈ ਸੰਗ ਸਫਲ ਜਨਮ। ਮਹਾਰਾਜ ਕਹਿੰਦੇ ਭਾਈ ਜਨਮ ਜਿਹੜਾ ਜਨਮ ਹੈ ਨਾ ਇਹ ਸਫਲਾ ਹੋ ਜਾਂਦਾ ਸਾਧੂ ਦੀ ਸੰਗਤ ਕਰਨ ਵਾਲੇ ਦਾ। ਉਹ ਕਹਿੰਦੇ ਨੇ ਸਫਲ 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 ਭਈ ਯਾਤਰਾ ਆਵਣ ਜਾਣ ਰਹੇ। ਉਹਨਾਂ ਦਾ ਆਉਣਾ ਜਾਣਾ ਰਹਿ ਜਾਂਦਾ ਹੈ, ਉਹਨਾਂ ਦੀ ਸਾਧ ਸੰਗਤ ਜੀ ਇਹ ਸਰੀਰਕ ਯਾਤਰਾ ਸਫਲ ਹੀ ਹੋ ਜਾਂਦੀ ਹੈ, ਇਹ ਜਨਮ ਸਫਲਾ ਹੋ ਜਾਂਦਾ ਹੈ। ਉਹਨਾਂ ਨੇ ਜਿਸ ਕਾਰਨ ਨੂੰ ਇਹ ਜਨਮ ਪਾਇਆ ਉਹ ਪ੍ਰਯੋਜਨ ਪੂਰਾ ਹੋ ਗਿਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਤਸੰਗੀ ਦਾ ਭਾਈ ਜਨਮ ਹੀ ਸਾਰਾ ਸਫਲਾ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਘਾਲ। ਫਿਰ ਸਾਧੂ ਦੀ ਸੰਗਤ ਕਰਨ ਦੇ ਨਾਲ ਸਾਧ ਸੰਗਤ ਜੀ ਹੋਰ ਕੋਈ ਘਾਲ ਕਮਾਈ ਜਿਹੜੀ ਆ ਉਹਨੂੰ ਨਹੀਂ ਕਰਨੀ ਪੈਂਦੀ, ਪੁੱਠੇ ਨਹੀਂ ਲਟਕਣਾ ਪੈਂਦਾ, ਕੋਈ ਨਿਉਲੀ ਕਰਮ ਨਹੀਂ ਕਰਨੇ ਪੈਂਦੇ, ਕੋਈ ਧੋਤੀ ਕਰਮ ਨਹੀਂ ਕਰਨੇ ਪੈਂਦੇ, ਕੋਈ ਧੂਣੀਆਂ ਤਾ ਕਰਕੇ ਤਪੱਸਿਆ ਨਹੀਂ ਕਰਨੀ ਪੈਂਦੀ, ਕੋਈ ਰੁੱਖਾਂ ਜਠੇਰਿਆਂ ਨੂੰ ਮੱਥੇ ਟੇਕਣ ਦੀ ਲੋੜ ਨਹੀਂ, ਕੋਈ ਕਿਸੇ ਪ੍ਰਕਾਰ ਕੋਈ ਹੋਰ ਕਰਮ ਕਰਨ ਦੀ ਲੋੜ ਨਹੀਂ। ਕਿਉਂਕਿ ਮਹਾਰਾਜ ਆਖਿਆ ਸਾਧ ਕੈ ਸੰਗ ਨਹੀਂ ਕਛ ਘਾਲ। ਸਾਧੂ ਦੀ ਸੰਗਤ ਕਰਨ ਵਾਲੇ ਨੂੰ ਕੋਈ ਹੋਰ ਘਾਲਣਾ ਕਰਨ ਦੀ ਲੋੜ ਨਹੀਂ ਰਹਿੰਦੀ ਹੈ। ਦਰਸ਼ਨ ਭੇਟਤ ਹੋਤ ਨਿਹਾਲ। ਉਹ ਤਾਂ ਸਾਧੂ ਦਾ ਦਰਸ਼ਨ ਹੀ ਜਦੋਂ ਦੋਵੇਂ ਟਾਈਮ ਕਰਦਾ ਤੇ ਦਰਸ਼ਨ ਵੇਖ ਕੇ ਹੀ ਨਿਹਾਲ ਹੋ ਜਾਈਦਾ। ਉਹਦੇ ਦਰਸ਼ਨਾਂ ਵਿੱਚ ਹੀ ਇਹੋ ਜਿਹਾ ਸੁਖ ਵੈ ਕਿ ਜਿਨ ਸਾਧੂ ਦਾ ਦਰਸ਼ਨ ਕਰ ਲਿਆ ਨਾ ਉਹਨ ਸਾਰੇ ਹੀ ਕਰਮ ਕਮਾ ਲੇ। ਸਾਧੂ ਦੇ ਦਰਸ਼ਨ ਵਿੱਚ ਏਡਾ ਸੁਖ ਵੈ। ਇਸੇ ਪ੍ਰਕਾਰ ਹੀ ਸਾਧ ਕੈ ਸੰਗ ਨਹੀਂ ਕਛ ਘਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੀ ਸਾਧੂਆਂ ਦੀ ਸੰਗਤ ਵੈ ਨਾ ਉਹਦੇ ਵਿੱਚ ਜੇ ਕੋਈ ਘਾਲਣਾ ਘਾਲਦਾ ਵੀ ਹੈ ਤੇ ਉਹਦਾ ਮਾਣ ਫੁਰਦਾ ਨਾ ਉਸ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਹਾ ਭਾਈ ਘਾਲਣਾ ਦਾ ਮਾਣ ਸਾਧੂਆਂ ਦੀ ਸੰਗਤ ਗਵਾ ਦਿੰਦੀ ਹੈ। ਉਹਦੇ ਵਿੱਚ ਘਾਲਣਾ ਦਾ ਮਾਣ ਨਹੀਂ ਫਿਰ ਰਹਿੰਦਾ ਹੈ, ਕਿਉਂਕਿ ਆਖਿਆ ਨਾ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ। ਉਹ ਤਾਂ ਸੰਗਤ ਕਰਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਘਾਲਣਾ ਤਾਂ ਉਹ ਇੰਨੀ ਕਰਦੇ ਆ, ਰਾਤ ਦਿਨ ਸੇਵਾ ਕਰਦੇ ਆ, ਪਰ ਉਹਨਾਂ ਨੂੰ ਪਤਾ ਹੈ ਕਿ ਆ ਜਿਹੜੀਆਂ ਹੋਰ ਘਾਲਣਾ ਨਾ ਹੁਣ ਇਹ ਕਰਨ ਦੀ ਲੋੜ ਨਹੀਂ ਰਹਿ ਗਈ। ਜਿਵੇਂ ਬੜੀਆਂ ਜ਼ਿਆਦੀਆਂ ਘਾਲਣਾ ਘਾਲਦੇ ਆ, ਕਹਿੰਦੇ ਕਿ ਆਹ ਤਪ ਕਰਨਾ ਪਵੇਗਾ, ਆਹ ਜਪ ਕਰਨਾ ਪਵੇਗਾ। ਉਹ ਸਾਧੂ ਦੀ ਸੰਗਤ ਕਰਨ ਵਾਲੇ ਨੂੰ ਕੋਈ ਹੋਰ ਘਾਲਣਾ ਘਾਲਣ ਦੀ ਲੋੜ ਨਹੀਂ। ਜਿਹਨੂੰ ਗੁਰੂ ਮਹਾਰਾਜ ਦੀ ਸੰਗਤ ਵਿੱਚ ਸੇਵਾ ਕਰ ਲਈ, ਕਹਿੰਦੇ ਮਹਾਰਾਜ ਦੇ ਲੰਗਰ ਵਿੱਚ ਇੱਕ ਦਿਨ ਦੀ ਕੀਤੀ ਹੋਈ ਸੇਵਾ 12 ਸਾਲ ਦਾ ਤਪ ਨਹੀਂ ਉਹਦੀ ਬਰਾਬਰੀ ਕਰ ਸਕਦਾ ਹੈ। ਤੇ ਭਾਈ ਗੁਰਦਾਸ ਸਾਹਿਬ ਦਾ ਉਹ ਕਵਿਤਾ ਆਪਾਂ ਸੁਣਦੇ ਆ ਕਿ ਕਿੰਨੀ ਵਾਰ ਜਿਹੜਾ ਹੈ ਉਹ ਕੁਰੂਕਸ਼ੇਤਰ 'ਚ ਜਗ ਕਰੇ, ਫਿਰ ਆਪਣੇ ਪੁੱਠਾ ਲਟਕ ਕਰਕੇ ਉਰਦਮੁਖੀ ਬੈਸੰਤਰ ਮੈਂ ਤਨ ਦਾਹੇ ਦਇਓ, ਫਿਰ ਸਰੀਰ ਨੂੰ ਛਾੜ ਲਵੇ, ਬੜਾ ਜ਼ਿਆਦਾ ਕਸ਼ਟ ਕਰੇ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ਼੍ਰੀ ਵਾਹਿਗੁਰੂ ਕਹਿਓ। ਕੌਣ ਮਹਾਤਮ ਦੱਸ ਸਕਦਾ ਹੈ? ਇਸ ਕਰਕੇ ਹੋਰ ਕੋਈ ਘਾਲਣਾ ਜਿਹੜੀ ਹੈ ਨਾ ਕਠਨ, ਉਹ ਘਾਲਣ ਦੀ ਲੋੜ ਨਹੀਂ ਰਹਿ ਜਾਂਦੀ। ਜਿਹੜੀ ਕੋਈ ਘਾਲਣਾ ਘਾਲਦੇ ਵੀ ਹੈ ਤੇ ਉਹ ਸਾਧ ਸੰਗਤ ਜੀ ਇਹੀ ਜਾਣਦੇ ਆ ਕਿ ਮਹਾਰਾਜ ਸਾਨੂੰ ਸਫਲਿਆਂ ਕਰ ਰਹੇ ਆ। ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਜੀਵਨ ਦੀ ਸਫਲਤਾ ਦਾ। ਇਉਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਕੋਈ ਕਠਨ ਘਾਲਣਾ ਨਹੀਂ ਘਾਲਣੀ ਪੈਂਦੀ ਸਾਧੂ ਦੀ ਸੰਗਤ ਕਰਨ ਨਾਲ। ਦਰਸ਼ਨ ਭੇਟਤ ਹੋਤ ਨਿਹਾਲ। ਵਾਹਿਗੁਰੂ ਦੇ ਪ੍ਰਕਾਸ਼ ਰੂਪ ਦਰਸ਼ਨ ਵੇਖ ਕਰਕੇ ਨਿਹਾਲ ਹੋ ਜਾਂਦੇ ਆ। ਤੁਰਨਾ ਤਾਂ ਉਹਨਾਂ ਨਾ ਜਿਹਨੂੰ ਮੰਜ਼ਲ ਨਹੀਂ ਮਿਲੀ, ਤੇ ਜਿਹਨੂੰ ਮੰਜ਼ਲ ਹੀ ਮਿਲ ਗਈ, ਜਿਹਨੂੰ ਵਾਹਿਗੁਰੂ ਜੀ ਦੀ ਸਾਖਿਆਤਤਾ ਹੀ ਪਾ ਲਈ, ਪ੍ਰਕਾਸ਼ ਸਰੂਪ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਜਿਹੜਾ ਨਿਹਾਲ ਹੋ ਗਿਆ, ਉਹਨ ਫਿਰ ਹੋਰ ਕੀ ਕਰਨਾ। ਉਹ ਤਾਂ ਉਸ ਸਰੂਪ ਦੀ ਅਭੇਦਤਾ ਦਾ ਆਨੰਦ ਮਾਣਦੇ ਆ। ਬ੍ਰਹਮਾ ਨੂੰ ਸਾਰੀ ਉਮਰ ਵਿੱਚ ਉਹਨਾਂ ਸੁੱਖ ਨਹੀਂ ਜਿੰਨਾ ਸਤਸੰਗੀ ਨੂੰ ਅੱਖ ਦੇ ਫੋਰ ਵਿੱਚ ਸੁੱਖ ਆਉਂਦਾ ਹੈ। ਕੀ ਕੋਈ ਰਾਜਾ, ਉਹ ਰਾਜੇ ਦਾ ਸੁੱਖ ਕੀ ਦੱਸ ਲਈਏ, ਬ੍ਰਹਮਾ ਦੇ ਸੁੱਖ ਦੀ ਦਸੀ ਹੈ ਬਾਤ।
ਉਹ ਰਾਜਿਆਂ ਨੂੰ ਬ੍ਰਹਮਾ ਵਰਗਾ ਸੁੱਖ ਨਹੀਂ ਹੁੰਦਾ ਹੈ ਕਦੇ ਵੀ। ਸਾਰੀ ਉਮਰ ਚ ਬ੍ਰਹਮਾ ਨੂੰ ਉਹਨਾਂ ਸੁੱਖ ਨਹੀਂ ਜਿੰਨਾ ਸਤਸੰਗੀ ਨੂੰ ਅੱਖ ਦੇ ਫੋਰ ਵਿੱਚ ਸੁੱਖ ਮਿਲਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਤਾਂ ਭਾਈ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਦਰਸ਼ਨ ਵੇਖ ਕੇ ਹੀ ਨਿਹਾਲ ਹੋ ਜਾਂਦੇ ਆ। ਸਾਧ ਕੈ ਸੰਗ ਕਲੂਖਤ ਹਰੈ। ਸਾਧੂ ਦੀ ਸੰਗਤ ਕਰਨ ਦੇ ਨਾਲ ਜਿਹੜੇ ਕਲੂਖਤ ਕਿਲਬਿਖ ਪਾਪ ਹਨ ਉਹ ਵੀ ਸਾਧ ਸੰਗਤ ਜੀ ਨਾਸ਼ ਹੋ ਜਾਂਦੇ ਆ, ਉਹ ਵੀ ਨਸ਼ਟ ਹੋ ਜਾਂਦੇ, ਜਿਹੜੇ ਕਿਸੇ ਵੀ ਤਰੀਕੇ ਨਾਲ ਖਹਿੜਾ ਨਹੀਂ ਛੱਡਦੇ। ਕਿਉਂਕਿ ਕਿਸੇ ਵੀ ਪਾਪ ਦੀ ਨਿਵਰਤੀ ਜਿਹੜੀ ਆ ਉਹਦੇ ਲਈ ਕਰਮ ਦੱਸਿਆ ਜਾਂਦਾ ਹੈ। ਪਰ ਸਤਸੰਗਤ ਐਡੀ ਮਹਾਨ ਹੈ ਜਿਸ ਦੇ ਕਰਨੇ ਕਰਕੇ ਬ੍ਰਾਹਮਣ ਕੈਲੀ ਘਾਤ ਕੰਜਕਾਣ ਚਾਰੀ ਕਾ ਧਾਨ, ਇਹ ਸਾਰੇ ਕਿਲਵਿਖ ਪਾਪ ਜਿਹੜੇ ਆ ਨਾ ਉਹ ਨਾਸ਼ ਹੋ ਜਾਂਦੇ ਹਨ। ਸਾਧ ਕੈ ਸੰਗ ਨਰਕ ਪਰ ਹਰੈ। ਫਿਰ ਸਾਧੂ ਦੀ ਸੰਗਤ ਕਰਨ ਵਾਲਾ ਨਰਕਾਂ ਤੋਂ ਵੀ ਸਾਧ ਸੰਗਤ ਜੀ ਪਰ੍ਹਾ ਹੋ ਜਾਂਦਾ ਹੈ। ਵਿਸ਼ੇਸ਼ ਕਰਕੇ ਉਹਨਾਂ ਨੂੰ ਨਰਕਾਂ ਵਿੱਚ ਨਹੀਂ ਜਾਣਾ ਪੈਂਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ। ਜਿਨ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਉਹਨਾਂ ਨੂੰ ਨਰਕਾਂ ਦਾ ਮੂੰਹ ਨਹੀਂ ਵੇਖਣਾ ਪੈਂਦਾ। ਮਹਾਰਾਜ ਨੇ ਕਿਹਾ ਨਮੋ ਨਰਕ ਨਾਸੇ ਸदैवं ਪ੍ਰਕਾਸ਼ੇ। ਜਿਹੜਾ ਸਦਾ ਰਹਿਣ ਵਾਲਾ ਸਰੂਪ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਉਹ ਨਰਕਾਂ ਨੂੰ ਨਾਸ਼ ਹੀ ਕਰ ਦਿੰਦਾ ਹੈ। ਐਸੇ ਸਰੂਪ ਨੂੰ ਨਮਸਕਾਰ ਹੈ ਮਹਾਰਾਜ ਜੀ ਕਹਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਰਕ ਨਹੀਂ ਉਹਨਾਂ ਦੇ ਸਾਹਮਣੇ ਆਉਂਦੇ। ਇਹ ਨਿਸ਼ਚੈ ਵਾਚਕ, ਕਿਉਂਕਿ ਜੀਵ ਨੂੰ ਜਿਹੜਾ ਥੋੜਾ ਜਿਹਾ ਸਤਸੰਗਤ ਕਰਨ ਲੱਗਦਾ ਹੈ ਉਹਨੂੰ ਫਿਰ ਭੈ ਸਤਾਉਣ ਲੱਗ ਪੈਂਦਾ ਹੈ ਪਰਲੋਕ ਦਾ, ਕਿ ਮਨਾ ਕੀ ਹੋਊਗਾ, ਪਹਿਲਾਂ ਬੜੇ ਪਾਪ ਕਰ ਚੁੱਕਿਆ ਏ, ਬੜੀ ਜ਼ਿੰਦਗੀ ਜਿਹੜੀ ਹੈ ਉਹ ਔਗਣਾਂ ਵਿੱਚ ਲੰਘੀ ਹੈ, ਹੁਣ ਕੀ ਹੋਵੇਗਾ, ਕਿਵੇਂ ਬਚਾਅ ਹੋ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਨਿਸ਼ਚਾ ਜਾਣ ਲਓ ਮਨ ਦੇ ਅੰਦਰ, ਜਿਹੜਾ ਸਤਸੰਗਤ ਕਰਦਾ ਹੈ ਹਜੂਰ ਫਰਮਾਉਂਦੇ ਨੇ ਸਾਧ ਕੈ ਸੰਗ ਨਰਕ ਪਰ ਹਰੈ। ਉਹ ਨਰਕਾਂ ਨੂੰ ਸਾਧ ਸੰਗਤ ਜੀ ਪਰ ਵਿਸ਼ੇਸ਼ ਕਰਕੇ ਹਰੈ ਨਾਸ਼ ਕਰ ਦਿੰਦਾ ਹੈ। ਨਰਕ ਨਹੀਂ ਉਸ ਦੇ ਨੇੜੇ ਆਉਂਦੇ ਹਨ, ਨਰਕਾਂ ਵਿੱਚ ਨਹੀਂ ਉਸ ਨੂੰ ਜਾਣਾ ਪੈਂਦਾ ਜਿਹੜਾ ਸਾਧੂ ਦੀ ਸਤਸੰਗਤ ਕਰਦਾ ਹੈ। ਸਾਧ ਸੰਗ ਈਹਾਂ ਊਹਾਂ ਸੁਹੇਲਾ। ਫਿਰ ਸਾਧੂ ਦੀ ਸੰਗਤ ਕਰਨ ਵਾਲਾ ਇੱਥੇ ਵੀ ਸੁਖੀ ਹੁੰਦਾ ਹੈ ਤੇ ਉਹਾਂ ਪਰਲੋਕ ਵਿੱਚ ਵੀ ਸੁਹੇਲਾ ਸੁਖੀ ਹੁੰਦਾ ਹੈ, ਸੋਭਨੀਕ ਹੁੰਦਾ ਹੈ। ਇੱਥੇ ਵੀ ਉਹਨਾਂ ਨੂੰ ਸੁਖ ਆਨੰਦ ਸਦਾ ਬਣਿਆ ਰਹਿੰਦਾ ਹੈ। ਜਦੋਂ ਸਤਸੰਗੀ ਦਾ ਚਿੱਤ ਜਦੋਂ ਵਿਹਾਰ ਕਰਦੇ ਐ ਉਦੋਂ ਤਾਂ ਅੰਗ ਪ੍ਰਤੰਗ ਉਹਨਾਂ ਦੇ ਹਿਲਦੇ ਐ, ਲੱਗਦਾ ਹੈ ਕਿ ਵਿਹਾਰ ਕਰਦੇ ਪਏ ਐ, ਪਰ ਫਿਰ ਵੀ ਅੰਦਰੋਂ ਸੁਖੀ ਰਹਿੰਦੇ ਐ। ਅੰਦਰ ਨਹੀਂ ਉਹਨਾਂ ਦੇ ਦੁੰਦਵਾਦ ਹੁੰਦਾ। ਪਰ ਜਦ ਕਿਤੇ ਬਹਿ ਜਾਂਦੇ ਐ ਫਿਰ ਜਿੱਥੇ ਬਾਂਹ ਧਰੀ ਉੱਥੇ ਦੀ ਉੱਥੇ ਧਰੀ ਰਹਿ ਜਾਂਦੀ ਹੈ, ਅੰਦਰ ਰਸ ਨਾਲ ਨਿਮਗਨ ਹੋ ਜਾਂਦੇ। ਜਿੱਥੇ ਜੁੜੇ ਉੱਥੇ ਜੁੜੇ ਹੀ ਰਹਿੰਦੇ ਐ, ਕਿਉਂਕਿ ਜਦੋਂ ਆਨੰਦ ਵਿੱਚ ਲੀਨ ਹੋ ਜਾਈਏ ਨਾ ਫਿਰ ਹਿੱਲਿਆ ਨਹੀਂ ਜਾਂਦਾ। ਫਿਰ ਇਹੋ ਜੀ ਨਿਰਵਿਕਲਪ ਸਮਾਧੀ ਆ ਜਾਂਦੀ ਹੈ ਜਿੱਥੇ ਦੇਸ਼ ਕਾਲ ਵਸਤੂ ਭੁੱਲ ਜਾਂਦਾ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹੋ ਜਿਹਾ ਸੁੱਖ ਇੱਥੇ ਮਾਣਦੇ ਆ ਲੋਕ ਵਿੱਚ ਰਹਿੰਦੇ ਹੋਏ, ਬੜੇ ਹੀ ਆਨੰਦਿਤ ਰਹਿੰਦੇ ਆ। ਨਹੀਂ ਉਹਨਾਂ ਨੂੰ ਕਿਸੇ ਚੀਜ਼ ਦੇ ਆਉਣ ਦੀ ਚਿੰਤਾ ਕਿ ਹਾਏ ਕੀ ਕਰਾਂਗੇ, ਨਹੀਂ ਕਿਸੇ ਚੀਜ਼ ਦੇ ਨੁਕਸਾਨ ਹੋਣ ਦੀ ਚਿੰਤਾ ਕਿ ਹਾਏ ਪਦਾਰਥ ਨਾਸ਼ ਹੋ ਗਿਆ। ਉਹ ਤਾਂ ਸਦਾ ਖਿੜੇ ਰਹਿੰਦੇ ਆ, ਸਦਾ ਆਨੰਦਿਤ ਰਹਿੰਦੇ ਆ। ਫਿਰ ਲੋਕ ਸੁਖੀ ਹੋਇਆ ਨਾ ਹੋਇਆ। ਜਿਹਨੂੰ ਕੋਈ ਪਾਉਣ ਦੀ ਇਹ ਚੇਸ਼ਟਾ ਹੀ ਨਹੀਂ, ਜਿਹਨੂੰ ਕਿਸੇ ਗਵਾਚੇ ਦਾ ਮਨ ਦੇ ਅੰਦਰ ਕੋਈ ਗਮ ਨਹੀਂ ਹੈ, ਉਹਨੂੰ ਕਿਵੇਂ ਦੁੱਖ ਹੋ ਸਕਦਾ ਹੈ। ਇੱਥੇ ਵੀ ਸੁਖੀ ਨੇ, ਆਨੰਦਿਤ ਹਨ। ਤੇ ਜਦੋਂ ਪਰਲੋਕ ਨੂੰ ਜਾਣਾ ਹੁੰਦਾ ਹੈ, ਜਦੋਂ ਤੁਸੀਂ ਕਿਸੇ ਘੁੰਮਣ ਫਿਰਨ ਨੂੰ ਜਾਣਾ ਹੋਵੇ, ਸੋਹਣੀ ਥਾਂ ਵੇਖਣ ਜਾਣਾ ਹੋਵੇ, ਤੇ ਕਿੰਨੇ ਸਾਰੇ ਜੀ ਖੁਸ਼ੀ ਨਾਲ ਤਿਆਰੀ ਕਰਦੇ ਕਿ ਅਸੀਂ ਘੁੰਮਣ ਫਿਰਨ ਚੱਲੇ ਆ। ਤੇ ਸੰਤ ਫਿਰ ਕਿਉਂ ਨਹੀਂ ਖੁਸ਼ ਹੁੰਦੇ ਜਦੋਂ ਪਰਲੋਕ ਨੂੰ ਤੁਰਨਾ, ਜਿਸ ਘਰ ਨੂੰ ਸਦਾ ਸੰਭਾਲਿਆ ਏ, ਚੇਤੇ ਕੀਤਾ ਏ। ਇਸ ਕਰਕੇ ਜਦੋਂ ਪਰਲੋਕ ਨੂੰ ਜਾਣ ਦੀ ਵਾਰੀ ਆਉਂਦੀ ਹੈ ਬੜੇ ਖੁਸ਼ ਹੁੰਦੇ ਆ, ਬੜਾ ਚਿੱਤ ਉਹਨਾਂ ਦਾ ਪ੍ਰਸੰਨ ਹੁੰਦਾ ਹੈ। ਆਪ ਦੀ ਕਿਰਿਆ ਵੀ ਆਪ ਕਰਕੇ, ਸਾਰਾ ਕੁਝ ਕਰਕੇ ਤੇ ਫਿਰ ਸਰੀਰ ਤਿਆਗ ਦਿੰਦੇ ਆ। ਨੌਕਰਾਂ ਚਾਕਰਾਂ ਤੋਂ ਵੀ ਮਾਫੀ ਮੰਗ ਲੈਂਦੇ, ਭਾਈ ਕਿਤੇ ਬੋਲਿਆ ਹੋਇਆ ਕਿਤੇ ਕੋਈ ਇਹੋ ਜਿਹਾ ਸ਼ਬਦ ਜਿਹਦੇ ਨਾਲ ਤੁਹਾਡਾ ਚਿੱਤ ਦੁੱਖ ਗਿਆ ਹੋਵੇ। ਸਭ ਦੇ ਹੀ ਇਉਂ ਪਿਆਰੇ ਹੁੰਦੇ ਆ, ਉਹਨਾਂ ਦਾ ਲੋਕ ਵੀ ਸੁਖੀ ਹੈ, ਪਰਲੋਕ ਵੀ ਸੁਹੇਲਾ ਹੈ। ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਤੇ ਉੱਥੇ ਉਹ ਸਦਾ ਹੀ ਸੁੱਖ ਦੇ ਸਹਿਤ ਰਹਿੰਦੇ ਹਨ। ਸਾਧ ਸੰਗ ਬਿਸ਼ਰਤ ਹਰ ਮੇਲਾ। ਜਿਹੜਾ ਸਾਧੂਆਂ ਦੀ ਸੰਗਤ ਕਰਨ ਦਾ ਲਾਭ ਹੈ ਨਾ, ਵਿਛੜਿਆ ਹੋਇਆ ਜੀਵ ਵਾਹਿਗੁਰੂ ਨਾਲ ਮਿਲ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ
ਇਹੋ ਜੀ ਦਾਤ ਪ੍ਰਾਪਤ ਹੁੰਦੀ ਜਿਹੜਾ ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਸੀਗਾ। ਕਿਤੇ ਕੋਈ ਆਸ ਹੀ ਨਹੀਂ ਸੀਗੀ ਕਿ ਉਧਾਰ ਹੋ ਜਾਵੇਗਾ। ਸਤ ਸੰਗਤ ਦੀ ਮਹਿਮਾ ਏਡੀ ਵੱਡੀ ਹੈ ਕਿ ਵਿਛੜਿਆ ਹੋਇਆ ਪ੍ਰਭੂ ਨਾਲ ਮਿਲ ਜਾਂਦਾ ਹੈ, ਜਿਹੜਾ ਖੌਰੇ ਕਿੰਨੀਆਂ ਕੁ ਜੂਨਾਂ ਵਿੱਚ ਭਟਕ ਆਇਆ ਹੈ। ਸਤ ਸੰਗਤ ਤਾਂ ਸਾਧ ਸੰਗਤ ਜੀ ਇਹੋ ਜੀ ਹੈ। ਇੱਕ ਮਹਾਤਮਾ ਦੇ ਕੋਲ ਰਾਤ ਦੇ ਸਮੇਂ ਨਾ ਜਿਵੇਂ ਹਲਟ ਗੇੜਦੇ ਹੁੰਦੇ ਆ ਸਿੰਘ ਜਲ ਭਰਨ ਨੂੰ, ਇੱਕ ਸਾਧ ਸੰਗਤ ਜੀ ਝੋਟਾ ਸੀਗਾ, ਉਹਦੇ ਨਾਲ ਹਲਟ ਗੇੜਿਆ ਕਰਦੇ ਤੇ ਲੰਗਰ ਦਾ ਪਾਣੀ ਉਹਨ ਭਰਨਾ ਝੋਟੇ ਨੇ, ਨਾਲੇ ਫਿਰ ਸਿੰਘਾਂ ਦੇ ਇਸ਼ਨਾਨ ਕਰਨ ਵਾਸਤੇ ਸਾਰਾ ਪਾਣੀ ਭਰਨਾ। ਬੜਾ ਉਹਨੇ ਸੇਵਾ ਕੀਤੀ 12-13 ਸਾਲ। ਉਹ ਚੜ੍ਹਾਈ ਕਰ ਗਿਆ। ਮਹਾਂਪੁਰਖਾਂ ਨੇ ਉਹਦਾ ਸੰਸਕਾਰ ਕਰਵਾਇਆ, ਨਾਲੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ। ਜਿਨ ਸਤ ਸੰਗਤ ਦੀ ਕਿਸੇ ਜੂਨ ਵਿੱਚ ਵੀ ਸੇਵਾ ਕਰ ਲਈ ਨਾ, ਉਹਨੂੰ ਫਿਰ ਸਦਗਤੀ ਜ਼ਰੂਰ ਪ੍ਰਾਪਤ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਮਨੁੱਖਾ ਜਨਮ ਦੇ ਕੇ ਫਿਰ ਉਹਨੂੰ ਸਤ ਸੰਗਤ ਵਿੱਚ ਲਾ ਕੇ ਨਾਮ ਦੀ ਪ੍ਰੀਤ ਉਧਾਰ ਦਿੰਦੇ। ਨਾਮ ਦੀ ਪ੍ਰੀਤ ਲਾ ਕਰਕੇ ਸੰਗਤ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਸ਼ ਬਰ ਅਵਸ਼ ਭਾਈ ਨਿਹਾਲ ਕਰਦੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਸਾਧ ਸੰਗ ਬਿਸ਼ਰਤ ਹਰ ਮੇਲਾ। ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਹਰੀ ਨਾਲ ਮਿਲ ਜਾਂਦਾ ਹੈ ਸਾਧੂ ਦੀ ਸੰਗਤ ਕਰਨ ਕਰਕੇ। ਜੋ ਇੱਛਾ ਸੋਈ ਫਲ ਪਾਵੈ। ਜੋ ਵੀ ਇੱਛ ਲਵੇ ਨਾ ਉਹੋ ਹੀ ਫਲ ਪ੍ਰਾਪਤ ਹੋ ਜਾਂਦਾ ਸਤ ਸੰਗਤ ਵਿੱਚ। ਪਰ ਇਹ ਹੈ ਕਿ ਇੱਛਾ ਮਾੜੀ ਨਾ ਕਿਤੇ ਕਰ ਲੇ, ਫਿਰ ਉਹ ਦੁੱਖ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ। ਸਤ ਸੰਗਤ ਵਿੱਚ ਇੱਛਾ ਕੋਈ ਵੀ ਕਰੇ ਬਿਰਥੀ ਨਹੀਂ ਜਾਂਦੀ, ਉਹ ਪੂਰੀ ਹੋ ਜਾਂਦੀ ਹੈ। ਜੇ ਵੀ ਇੱਛਾ ਕਰੇ ਉਹੋ ਹੀ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਉਹ ਚੋਰ ਨੇ ਚੋਰੀਆਂ ਦਾ ਹੀ ਸੰਕਲਪ ਕਰ ਲਿਆ ਸੀ ਮਹਾਰਾਜ ਦੇ, ਤੇ ਸਤਿਗੁਰੂ ਜੀ ਨੂੰ ਯਾਦ ਕਰਕੇ ਕਹਿੰਦਾ ਮੇਰੀਆਂ 3 ਚੋਰੀਆਂ ਜ਼ਾਹਰ ਨਾ ਹੋਣ, ਤੇ 3 ਚੋਰੀਆਂ ਜ਼ਾਹਰ ਨਹੀਂ ਮਹਾਰਾਜ ਹੋਣ ਦਿੱਤੀਆਂ। ਇੱਕ ਆਇਆ ਮਹਾਰਾਜ ਖੀਸਾ ਕੱਟਿਆ ਗਿਆ, ਹਜੂਰ ਨੇ ਬਿਠਾ ਲਿਆ। ਦੂਜਾ ਆਇਆ ਬਿਠਾ ਲਿਆ, ਤੀਜਾ ਆਇਆ ਬਿਠਾ ਲਿਆ। ਮਹਾਰਾਜ ਚੋਰ ਇੰਨੇ ਆਪਦੀ ਸੰਗਤ ਵਿੱਚ, ਉਹਨੂੰ ਲਾਲਚ ਨੇ ਮਾਰਿਆ। ਫਿਰ 3 ਚੋਰੀਆਂ ਤੇ ਮਹਾਰਾਜ ਦੇ ਅੱਗੇ ਅਰਦਾਸਾ ਕੀਤਾ ਸੀ, ਚੌਥੀ ਵੀ ਕਰ ਲਈ ਉਹਨੇ ਲਾਲਚ ਵਿੱਚ। ਮਹਾਰਾਜ ਸਾਹਿਬ ਦੇ ਕੋਲ ਜਦੋਂ ਚੌਥਾ ਆਇਆ, ਹਜੂਰ ਨੇ ਕਿਹਾ ਲਿਆਓ ਉਹਨੂੰ ਫੜ ਕੇ। ਬਈ ਸਿੰਘ ਜਦੋਂ ਭੇਜੇ ਲੈ ਫੜ ਕੇ, ਸਤਿਗੁਰੂ ਜੀ ਕਹਿੰਦੇ ਉਹ ਕੀ ਇੱਛਾ ਕਰਦਾ ਹੈ ਗੁਰੂ ਘਰ ਆ ਕੇ? ਸਾਡਾ ਨਾਮ ਲੈ ਕਰਕੇ ਤੂੰ ਚੋਰੀਆਂ ਦੀ ਸੁਖਣਾ ਸੁਖਦਾ, ਤੇ ਜੇ ਸੁਖੀਆਂ ਤੇ ਫਿਰ ਮਹਾਰਾਜ ਕਹਿੰਦੇ ਆਪਣੀ ਕੀਤੀ ਤੇ ਨਹੀਂ ਠਹਿਰਿਆ ਬਈ, ਲਾਲਚ ਕੀਤਾ ਤੂੰ, ਚੌਥੀ ਕਿਉਂ ਕੀਤੀ ਹੈ? ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਚੋਰੀਆਂ ਦਾ ਧਨ ਕਢਾ ਕੇ ਸਿੱਖਾਂ ਨੂੰ ਵਾਪਸ ਦਿੱਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਆਖਿਆ ਬਈ ਮਾੜੀ ਇੱਛਾ ਨਹੀਂ ਕਰਨੀ ਚਾਹੀਦੀ ਸਤ ਸੰਗਤ ਵਿੱਚ ਆ ਕਰਕੇ, ਕਿਉਂਕਿ ਇੱਥੇ ਬਿਰਥਾ ਨਹੀਂ ਜਾਂਦੀ। ਕਿਸੇ ਦੇ ਬਾਰੇ ਬੁਰਾ ਸੋਚ ਕੇ ਸਤ ਸੰਗਤ ਨਾ ਕਰੋ, ਕਦੇ ਮਾੜੀ ਇੱਛਾ ਨਾ ਮਨ ਦੇ ਵਿੱਚ ਲਿਆਓ। ਇੱਥੇ ਤਾਂ ਸ਼ੁਭ ਇੱਛਾ ਚੰਗੀ ਇੱਛਾ ਲੈ ਕਰਕੇ ਆਓ। ਕੀ ਇੱਛਾ ਰੱਖੋ? ਮਹਾਰਾਜ ਮੈਨੂੰ ਮੁਕਤ ਕਰੋ, ਹੇ ਵਾਹਿਗੁਰੂ ਮੈਨੂੰ ਆਪ ਦੇ ਚਰਨਾਂ ਦਾ ਪਿਆਰ ਲੱਗ ਜਾਵੇ। ਸੱਚੇ ਪਾਤਸ਼ਾਹ ਮੇਰੇ ਅੰਦਰੋਂ ਔਗਣ ਮਿਟ ਜਾਣ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰੋ। ਖੌਰੇ ਕਿੰਨੇ ਕੁ ਜਨਮਾਂ ਦਾ ਤੱਕਿਆ ਤਕਾਇਆ ਹੁਣ ਮਨੁੱਖਾ ਜਨਮ ਚ ਆਇਆ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਜ਼ਿੰਦਗੀ ਬਹੋੜ ਦਿਓ, ਆਪਣੇ ਚਰਨਾਂ ਦੀ ਪ੍ਰੀਤ ਲਾ ਕੇ ਮੈਨੂੰ ਬਖਸ਼ ਲਓ। ਇਹੀ ਸ਼ੁਭ ਇੱਛਾ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਆ ਕਰਕੇ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇੱਛਾ ਕੀਤੀ ਹੋਈ ਕਦੇ ਵੀ ਬਿਰਥੀ ਨਹੀਂ ਜਾਂਦੀ। ਹਜੂਰ ਫਰਮਾਉਂਦੇ ਹਨ ਜੋ ਇੱਛਾ ਸੋਈ ਫਲ ਪਾਵੈ। ਜੋ ਵੀ ਇੱਛੇ ਨਾ ਉਹੋ ਹੀ ਫਲ ਪਾ ਲੈਂਦਾ ਹੈ। ਜੋ ਮਨ ਦੇ ਅੰਦਰ ਸੰਕਲਪ ਆਵੇ ਸਤ ਸੰਗਤ ਕਰਦਿਆਂ ਹੋਇਆਂ ਉਹੋ ਹੀ ਸੰਕਲਪ ਉਹਦਾ ਪੂਰਾ ਹੋ ਜਾਂਦਾ ਹੈ। ਇਸੇ ਕਰਕੇ ਸਤ ਸੰਗਤ ਕਰਨ ਨਾਲ ਹਿਰਦਾ ਹੀ ਪਹਿਲੋਂ ਸਾਫ਼ ਹੁੰਦਾ, ਮਨ ਦੀ ਮੈਲ ਪਹਿਲੋਂ ਲੱਥਦੀ ਹੈ, ਤੇ ਬੁਰਾ ਸੰਕਲਪ ਫਿਰ ਫੁਰਦਾ ਹੀ ਨਹੀਂ। ਕਿਉਂਕਿ ਸਤ ਸੰਗੀ ਦਾ ਜਿਹੜਾ ਸੰਕਲਪ ਹੈ ਨਾ, ਇਹ ਬ੍ਰਹਮ ਅਸਤਰ ਦੀ ਤਰ੍ਹਾਂ ਹੁੰਦਾ, ਰੋਕਿਆ ਰੋਕਦਾ ਨਹੀਂ ਹੈ। ਭਗਤ ਦਾ ਸਾਧ ਸੰਗਤ ਜੀ ਕੋਈ ਨਹੀਂ ਮੋੜ ਸਕਦਾ। ਜਿਹੜਾ ਅੰਬਰੀਕ ਸੀਗਾ ਭਗਤ, ਉਹ ਰਾਜਾ ਸੀ ਭਾਵੇਂ, ਤੇ ਦੁਰਵਾਸ਼ਾ ਰਿਖੀ ਨੇ ਸ਼ਰਾਪ ਦੇਤਾ ਉਹਨੂੰ। ਤੇ ਜਦੋਂ ਅੰਬਰੀਕ ਨੂੰ ਸ਼ਰਾਪ ਦਿੱਤਾ ਤੇ ਅੰਬਰੀਕ ਭਗਤ ਨੇ ਆਖਿਆ ਮਹਾਰਾਜ ਮੈਂ ਤਾਂ ਇਹਨੂੰ ਕੁਝ ਨਹੀਂ ਆਖਿਆ, ਕਿਉਂਕਿ ਅੰਦਰ ਦੁਰਵਾਸ਼ਾ ਦੇ ਈਰਖਾ ਸੀ। ਅੰਦਰ ਈਰਖਾ ਹੋਣ ਕਰਕੇ ਨਾ ਉਹਨ ਸ਼ਰਾਪ ਦੇਣਾ ਚਾਹਿਆ,
ਤੇ ਜਦੋਂ ਸ਼ਰਾਪ ਦਿੱਤਾ ਅੰਬਰੀਕ ਰਾਜੇ ਨੂੰ ਤੇ ਅੰਬਰੀਕ ਰਾਜੇ ਨੇ ਹੱਥ ਜੋੜ ਕੇ ਆਖਿਆ, हे ਪਰਮੇਸ਼ਰ, ਮੈਂ ਤਾਂ ਇਹਨਾਂ ਨੂੰ ਕੁਝ ਨਹੀਂ ਆਖਿਆ, ਮੇਰੀ ਰੱਖਿਆ ਕਰ। ਉਸ ਸਮੇਂ ਫਿਰ ਅੱਗ ਦੀ ਲਾਟ ਵਰਗਾ ਸੁਦਰਸ਼ਨ ਚੱਕਰ ਨਿਕਲ ਕੇ ਆਇਆ ਤੇ ਇਹ ਫਿਰ ਅੱਗੇ ਅੱਗੇ ਭੱਜਣ ਲੱਗਾ। ਦਰਬਾਸ਼ਾ ਰਿਖੀ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਫਿਰ ਇਹ ਚੱਲ ਕੇ ਵਿਸ਼ਨੂਪੁਰੀ ਵਿੱਚ ਗਿਆ। ਵਿਸ਼ਨੂੰ ਨੂੰ ਕਹਿੰਦਾ, ਮਹਾਰਾਜ ਮੈਨੂੰ ਛਡਾਓ। ਕਹਿੰਦੇ, ਉਹ ਜਾ ਤੂੰ ਸੰਤ ਦੋਖੀ, ਕਿੱਧਰ ਆ ਗਿਆ, ਮੇਰੀ ਵਿਸ਼ਨੂਪੁਰੀ ਵੀ ਮਾਰੇਗਾ, ਕਿਤੇ ਨਿਕਲ ਜਾ ਇੱਥੋਂ। ਸ਼ਿਵਾ ਨਹੀਂ ਰੱਖਿਆ, ਬ੍ਰਹਮਾ ਨਹੀਂ ਰੱਖਿਆ, ਸਭ ਥਾਵਾਂ ਤੇ ਜਦੋਂ ਇਹ ਹਾਰ ਗਿਆ ਫਿਰ ਇਹਨੂੰ ਕਿਹਾ ਕਿ ਜਾ ਤੂੰ ਅੰਬਰੀਕ ਜੀ ਦੇ ਪੈਰੀ ਪੈ ਜਾ। ਮਾਰੀ ਦਾ ਅੰਬਰੀਕ ਛਡਾਇਆ। ਫਿਰ ਅੰਬਰੀਕ ਭਗਤ ਨੇ ਅਰਦਾਸ ਕੀਤੀ, ਮਹਾਰਾਜ ਹੁਣ ਚਰਨੀ ਪੈਂਦਾ, ਇਹਨੂੰ ਮਾਫ ਕਰ ਦਿਓ। ਸਾਧੂ ਦੇ ਕੀਤਾ ਹੋਇਆ ਸੰਕਲਪ ਜਿਹੜਾ ਨਾ ਉਹ ਕਦੇ ਵੀ ਵਿਅਰਥ ਨਹੀਂ ਜਾਂਦਾ ਹੈ। ਮਹਾਰਾਜ ਕਿਹਾ, ਜੋ ਇੱਛਾ ਹੈ ਸੋਈ ਫਲ ਪਾਵੈ। ਜੋ ਵੀ ਕੋਈ ਇੱਛਦਾ ਹੈ ਉਹੋ ਹੀ ਉਹਨੂੰ ਫਲ ਜਿਹੜਾ ਕੀਤਾ ਹੋਇਆ ਸੰਕਲਪ ਸਤਸੰਗੀ ਨੂੰ ਪ੍ਰਾਪਤ ਹੋ ਜਾਂਦਾ ਏ। ਸਾਧ ਕੈ ਸੰਗ ਨਾ ਬਿਰਥਾ ਜਾਵੇ। ਫਿਰ ਸਾਧੂ ਦੇ ਸੰਗਤ ਵਿੱਚ ਮਹਾਰਾਜ ਕਹਿੰਦੇ ਕਦੇ ਭਾਈ ਬਿਅਰਥ ਨਹੀਂ ਜਾਂਦਾ। ਜੋ ਵੀ ਇੱਛਾ ਲੈ ਕੇ ਆਇਆ ਹੁੰਦਾ ਉਹ ਪੂਰੀ ਹੋ ਜਾਂਦੀ ਹੈ ਤੇ ਜਿਹੜਾ ਮਨ ਦੇ ਅੰਦਰ ਸੰਕਲਪ ਹੈ ਨਾ ਉਹ ਕੀਤੀ ਹੋਈ ਅਰਦਾਸ ਜਿਹੜੀ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਅਰਥ ਨਹੀਂ ਜਾਂਦੀ। ਜਿਵੇਂ ਸਾਧ ਸੰਗਤ ਜੀ ਉਹ ਇਸ ਪ੍ਰਕਾਰ ਤਾਰਾ ਰਾਣੀ ਸੀ ਨਾ ਤੇ ਉਹ ਸੰਗਤ ਕਰਨ ਵਾਸਤੇ ਜਾਂਦੀ ਸੀਗੀ ਤੇ ਰਾਜੇ ਨੇ ਸ਼ੰਕਾ ਕੀਤੀ ਮਨ ਦੇ ਅੰਦਰ ਕਿ ਰਾਣੀ ਅੱਧੀ ਰਾਤ ਨੂੰ ਉੱਠ ਕਰਕੇ ਕਿੱਧਰ ਚਲੀ ਜਾਂਦੀ ਹੈ। ਉਹਨ ਪਿੱਛਾ ਕੀਤਾ। ਜਦੋਂ ਪਿੱਛਾ ਕੀਤਾ ਜਿਵੇਂ ਕਿਹਾ ਭਾਈ ਗੁਰਦਾਸ ਸਾਹਿਬ ਜੀ ਨੇ ਕਿ ਰਾਤੀ ਜਾਏ ਸੁਣਿਆ ਗੁਰਬਾਣੀ, ਉਹ ਰਾਤ ਨੂੰ ਸਤਸੰਗਤ ਕਰਦੀ ਜਾ ਕਰਕੇ ਰਾਣੀ ਤੇ ਰਾਜੇ ਨੇ ਜਾਣਿਆ ਕਿ ਖਬਰੇ ਕਿੱਧਰ ਕਿਸੇ ਕੁਸੰਗਤ ਵਿੱਚ ਜਾਂਦੀ ਹੈ। ਜਦੋਂ ਰਾਜਾ ਚੋਰੀ ਚੋਰੀ ਪਿੱਛੇ ਗਿਆ ਨਾ ਤੇ ਉਹਨ ਫਿਰ ਵੇਖਿਆ ਰਾਣੀ ਅੰਦਰ ਸਤਸੰਗਤ ਕਰਦੀ ਹੈ ਤੇ ਉਹਨ ਰਾਣੀ ਦੀ ਬਾਹਰੋਂ ਇੱਕ ਖੜਾ ਚੱਕ ਲਈ ਸੋਨੇ ਦੀ ਤੇ ਖੜਾ ਚੱਕ ਕਰਕੇ ਵਾਪਸ ਲੈ ਆਇਆ ਘਰ ਨੂੰ ਤੇ ਲਿਆ ਕੇ ਉਹਨੇ ਅਲਮਾਰੀ ਦੇ ਅੰਦਰ ਵਿੱਚ ਨਾ ਪਿੱਛੇ ਦਰੀਚੀ ਵਿੱਚ ਰੱਖ ਲਈ ਚੰਗੀ ਤਰ੍ਹਾਂ ਲੁਕਾ ਕਰਕੇ। ਜਦੋਂ ਰਾਣੀ ਉੱਠੀ ਸਤਸੰਗਤ ਕਰਕੇ ਉਹਨ ਵੇਖਿਆ ਖੜਾ ਨਹੀਂ ਹੈਗੀ ਤੇ ਸਮੇਂ ਸਤਸੰਗਤ ਨੂੰ ਕਿਹਾ ਕਿ ਭਈ ਮੇਰੀ ਤਾਂ ਖੜਾਂ ਗਵਾਚ ਗਈ ਹੈ। ਸਾਰੀ ਸੰਗਤ ਨੇ ਜੁੜ ਕੇ ਅਰਦਾਸ ਕੀਤੀ। ਜਦੋਂ ਅਰਦਾਸ ਕੀਤੀ ਨਾ ਉਸੇ ਸਮੇਂ ਜੋੜੀ ਜੁੜੀ ਖੜਾਂ ਪੁਰਾਣੀ। ਭਾਈ ਗੁਰਦਾਸ ਸਾਹਿਬ ਨੇ ਕਿਹਾ ਉਹ ਜਿਹੜੀ ਪਹਿਲੀ ਵਾਲੀ ਖੜਾ ਸੀ ਨਾ ਉਸੇ ਤਰ੍ਹਾਂ ਦੀ ਖੜਾਂ ਜਿਹੜੀ ਸੀ ਉਹ ਸੰਗਤ ਨੇ ਹੋਰ ਪਰਮੇਸ਼ਰ ਨੇ ਜਿਹੜੀ ਸੀ ਉਹ ਸਾਧ ਸੰਗਤ ਜੀ ਪ੍ਰਗਟ ਕਰ ਦਿੱਤੀ। ਇਹ ਵੀ ਜ਼ਿਕਰ ਆਉਂਦਾ ਹੈ ਕਿ ਕੋਈ ਸਾਧੂ ਮਹਾਤਮਾ ਉਸ ਸਮੇਂ ਹੌਕਾ ਦੇ ਰਿਹਾ ਸੀ ਕਿ ਭਈਆ ਕਿਸੇ ਦੀ ਖੜਾਂ ਗਵਾਚੀ ਹੈ ਸੋਨੇ ਦੀ ਤੇ ਕਹਿੰਦੇ ਜਦੋਂ ਉੱਥੇ ਹੌਕਾ ਦਿੱਤਾ ਰਾਣੀ ਨੇ ਕਿਹਾ ਤਾਂ ਮੇਰੀ ਹੈ। ਕਹਿੰਦੇ ਪਰਮੇਸ਼ਰ ਨੇ ਸਾਧੂ ਰੂਪ ਹੋ ਕਰਕੇ ਉਹ ਖੜਾਂ ਜਿਹੜੀ ਸੀ ਪ੍ਰਗਟ ਕਰ ਦਿੱਤੀ ਤੇ ਰਾਜਾ ਬੜਾ ਮਨ ਦੇ ਅੰਦਰ ਹੈਰਾਨ ਹੋਇਆ ਜਦੋਂ ਰਾਣੀ ਖੜਾਂ ਪਾ ਕਰਕੇ ਦੋਵੇਂ ਖੜਾਵਾਂ ਪਾ ਕੇ ਮਹਿਲਾਂ 'ਚ ਆ ਗਈ। ਉਹ ਤਾਂ ਸੋਚਦਾ ਸੀ ਰਾਣੀ ਨੂੰ ਪੁੱਛਾਂਗਾ ਤੇਰੀ ਖੜਾਂ ਕਿੱਥੇ ਹੈ। ਰਾਣੀ ਨੂੰ ਕੀ ਪੁੱਛਣਾ ਸੀ, ਰਾਣੀ ਨੇ ਤੇ ਦੋਵੇਂ ਖੜਾਵਾਂ ਪਹਿਰੀਆਂ ਹੋਈਆਂ ਸੀ। ਉਹ ਬੜਾ ਆਸ਼ਚਰਜ ਹੋਇਆ, ਬੜਾ ਹੈਰਾਨ ਹੋਇਆ ਤੇ ਉਹਨੂੰ ਵੀ ਤੇ ਸਮੇਂ ਫਿਰ ਸਤਸੰਗਤ ਦਾ ਪਿਆਰ ਲੱਗ ਗਿਆ ਤੇ ਸਤਸੰਗਤ ਵਿੱਚ ਰਾਜੇ ਨੂੰ ਵੀ ਲਾ ਕਰਕੇ ਰਾਣੀ ਨੇ ਉਧਾਰ ਕੀਤਾ। ਭਾਈ ਗੁਰਦਾਸ ਸਾਹਿਬ ਨੇ ਤਾਂ ਹੀ ਇਹ ਕਿਹਾ ਕਿ ਸਾਧ ਸੰਗਤ ਵਿਟਹੁ ਕੁਰਬਾਨੀ, ਕਿ ਸਤਸੰਗਤ ਵਿੱਚ ਇਹੋ ਜਿਹਾ ਜ਼ੋਰ ਹੈ ਕਿ ਉੱਥੇ ਆਇਆ ਹੋਇਆ ਮਨੁੱਖ ਜਿਹੜਾ ਨਾ ਬਿਰਥ ਖਾਲੀ ਨਹੀਂ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਾਧ ਕੈ ਸੰਗ ਨਾ ਬਿਰਥਾ ਜਾਵੇ। ਬਿਰਥ ਨਹੀਂ ਜਾਂਦਾ, ਉਹਦਾ ਕੀਤਾ ਹੋਇਆ ਸੰਕਲਪ ਖਾਲੀ ਨਹੀਂ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਕਰਨ ਵਾਲਾ ਭਾਈ ਸਫਲਾ ਹੋ ਜਾਂਦਾ ਹੈ, ਵਰਸੋ ਜਾਂਦਾ ਹੈ। ਪਾਰ ਬ੍ਰਹਮ ਸਾਧ ਰਿਦ ਬਸੈ। ਤੇ ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ ਨਾ ਮਹਾਰਾਜ ਕਹਿੰਦੇ ਸਾਧੂਆਂ ਦੇ ਹਿਰਦੇ ਵਿੱਚ ਵਸਦਾ ਹੈ। ਸਾਧੂਆਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਵਾਸ ਹੈ। ਨਾਨਕ ਉਧਰੈ ਸਾਧ ਸੁਨ ਰਸੈ। ਜਿਹੜੇ ਜਿਹੜੇ ਮਹਾਰਾਜ ਕਹਿੰਦੇ ਭਾਈ ਸੁਣਦੇ ਆ ਨਾ ਸਾਧੂਆਂ ਦੀ ਰਸਨਾ ਤੋਂ ਵਾਹਿਗੁਰੂ ਦਾ ਜਸ, ਉਹਨਾਂ ਦੀ ਰਸਨਾ ਤੇ ਰਸ ਆ ਜਾਂਦਾ ਹੈ ਤੇ ਉਹ ਫਿਰ ਉਧਰ ਜਾਂਦੇ ਆ। ਜਿਹੜੇ ਜਿਹੜੇ ਕੰਨਾਂ ਨਾਲ ਮਹਿਮਾ ਸੁਣਦੇ ਆ ਨਾ, ਸਾਧੂ ਦਾ ਸੁਭਾਅ ਕੀ ਹੈ, ਹਰ ਵੇਲੇ ਵਾਹਿਗੁਰੂ ਦੀ ਉਸਤਤ ਕਰਦੇ ਆ। ਉਹ ਕੰਨਾਂ ਨਾਲ ਸੁਣਦੇ ਆ, ਰਸਨਾ ਤੋਂ ਕਹਿੰਦੇ ਆ ਤੇ ਜਿਹੜਾ ਜਿਹੜਾ ਸਰੋਤਾ ਉਹਨਾਂ ਦੀ ਸੰਗਤ ਵਿੱਚ ਆ ਜਾਂਦਾ ਸੁਣ ਲੈਂਦਾ ਪ੍ਰਭੂ ਦੀ ਸਿਫਤ ਵਡਿਆਈ। ਸਾਧ ਸੰਗਤ ਜੀ ਇੰਨੇ ਨਿਸ਼ਚੇ ਨਾਲ, ਇੰਨੀ ਪ੍ਰੀਤ ਨਾਲ ਵਾਹਿਗੁਰੂ ਦਾ ਜਸ ਕਰਦੇ ਆ ਕਿ ਸੁਣਨ ਵਾਲੇ ਤੇ ਅਸਰ ਪੈ ਜਾਂਦਾ ਹੈ। ਜਿਹੜਾ ਸੁਣਦਾ
ਉਹਦਾ ਡਾਢਾ ਹੀ ਚਿੱਤ ਜੁੜ ਜਾਂਦਾ ਹੈ। ਤੇ ਜਦੋਂ ਜੁੜ ਗਿਆ, ਜੁੜਦਿਆਂ ਸਾਰਾ ਸੁੱਖ ਜਿਹੜਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਅਸੀਂ ਭਾਵੇਂ ਕਿੰਨੇ ਵਿਹਾਰ ਕਰਦੇ ਆ, ਕਿੰਨੇ ਉਲਝੇ ਰਹਿੰਦੇ ਆ ਸੰਸਾਰ ਵਿੱਚ, ਥੋੜੀ ਪਲ ਆ ਕੇ ਜਦੋਂ ਸੰਗਤ ਵਿੱਚ ਜੁੜ ਜੀਏ ਨਾ, ਤੇ ਸੰਗਤ ਵਿੱਚ ਜੁੜਿਆ ਹੋਇਆਂ ਸਾਰੇ ਦੁੱਖ ਚੇਤਾ ਭੁੱਲ ਜਾਂਦੇ, ਸਾਰਾ ਕੁਝ ਹੀ ਵਿਸਰ ਜਾਂਦਾ ਹੈ ਤੇ ਸੁੱਖ ਦਾ ਅਨੁਭਵ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਇਹ ਤਾਂ ਥੋੜੇ ਚਿਰ ਲਈ ਭਾਵੇਂ ਟਿਕਿਆ ਨਾ, ਜਦੋਂ ਵੇਖੋ ਨਾਮ ਦੀ ਮਹਿਮਾ ਸੁਣ ਕੇ ਚਿੱਤ ਨੂੰ ਸਦੀਵੀ ਰਹਿਣ ਵਾਲਾ ਸੁੱਖ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਹੈ, ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਦੀ ਰਸਨਾ ਤੇ ਰਸ ਆ ਜਾਂਦਾ। ਜਦੋਂ ਰਸ ਆ ਜਾਂਦਾ ਫਿਰ 24 ਘੰਟੇ ਹੀ ਬਣਿਆ ਰਹਿੰਦਾ। ਤੇ ਇਹੋ ਜਿਹਾ ਫਿਰ ਗੁਰਸਿੱਖ ਜਿਹੜਾ ਨਾ ਉਹ ਉਧਰ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਹਜੂਰ ਦੱਸਦੇ ਹਨ, ਨਾਨਕ ਉਧਰੈ ਸਾਧ ਸੁਨ ਰਸੈ। ਸਾਧੂਆਂ ਦੀ ਮਹਾਰਾਜ ਕਹਿੰਦੇ ਰਸਨਾ ਤੋਂ ਸੁਣ ਕਰਕੇ ਜਿਨੇ ਆਪਣੀ ਰਸਨਾ ਤੇ ਰਸ ਪ੍ਰਗਟ ਕਰ ਲਿਆ, ਉਸ ਰਸ ਨੂੰ ਮਾਣ ਲਿਆ, ਉਹ ਭਾਈ ਉਧਰ ਜਾਂਦੇ ਹਨ। ਸਾਧ ਕੈ ਸੰਗ ਸੁਨੋ ਹਰ ਨਾਮ। ਸਾਧੂ ਦੀ ਸੰਗਤ ਵਿੱਚ ਮਹਾਰਾਜ ਕਹਿੰਦੇ ਨਾਮ ਨੂੰ ਸੁਣੋ। ਜੇ ਭਾਈ ਆ ਗਏ ਉਹ ਪਰਮੇਸ਼ਰ ਦੀ ਕਿਰਪਾ ਨਾਲ, ਵਾਹਿਗੁਰੂ ਨੇ ਬਿਧ ਬਣਾਈ ਹੈ ਤੁਹਾਡੀ ਕਲਿਆਣ ਵਾਸਤੇ, ਸਾਧੂ ਦੀ ਸੰਗਤ ਦੇ ਦਿੱਤੀ ਹੈ। ਤੇ ਪੂਰਨ ਪੁਰਖ ਦੀ ਸੰਗਤ ਵਿੱਚ ਆ ਕਰਕੇ ਮਾਇਆ ਹੀ ਨਾ ਗਣੀ ਜਾਓ, ਈਰਖਾ ਵਿੱਚ ਨਾ ਕਿਤੇ ਪੈ ਜਾਇਓ। ਇੱਥੇ ਆ ਕਰਕੇ ਵਾਹਿਗੁਰੂ ਦਾ ਨਾਮ ਸੁਣੋ, ਫਿਰ ਸਾਧੂ ਦੀ ਸੰਗਤ ਕੀਤੀ ਸਫਲੀ ਹੋ ਜਾਵੇਗੀ। ਸਾਧ ਸੰਗ ਹਰ ਕੇ ਗੁਣ ਗਾਓ। ਸਾਧੂ ਦੀ ਸੰਗਤ ਵਿੱਚ ਆਓ ਤੇ ਹਰ ਕੇ ਗੁਣ ਗਾਓ, ਵਾਹਿਗੁਰੂ ਦੇ ਗੁਣ ਗਾਓ। ਕਿਉਂਕਿ ਸਾਧ ਸੰਗਤ ਜੀ ਪੂਰਨ ਪੁਰਖ ਨਾਲ ਉਹ ਜੀਵ ਦੇ ਕਰਮ ਵੇਖ ਕੇ, ਉਹਦੀ ਰੁਚੀ ਵੇਖ ਕੇ ਕਈ ਵਾਰ ਕਹਿੰਦੇ ਨਹੀਂ ਹੁੰਦੇ, ਤੇ ਉਹ ਫਿਰ ਮਹਾਰਾਜ ਪ੍ਰਮਾਣ ਇਹ ਦਿੱਤੇ ਹੈ। ਕਿਉਂਕਿ ਕੋਈ ਸ਼ੰਕਾ ਕਰ ਸਕਦਾ ਹੈ, ਵੇਖੋ ਜੀ ਸੰਗਤ ਵਿੱਚ ਰਹਿੰਦੇ ਆ ਤੇ ਇਹਨਾਂ ਦਾ ਉਧਾਰ ਕਿਉਂ ਨਹੀਂ ਹੋਇਆ? ਡੱਡੂ ਵੀ ਪਾਣੀ 'ਚ ਹੀ ਰਹਿੰਦਾ, ਪਰ ਭੌਰਾ ਆਨੰਦ ਲੈ ਜਾਂਦਾ ਸਾਰਾ, ਖੁਸ਼ਬੂ ਦਾ, ਮਕਰੰਦ ਰਸ ਦਾ। ਤੇ ਜਿਹੜਾ ਸਾਧ ਸੰਗਤ ਜੀ ਡੱਡੂ ਹੈ, ਉਹਨੂੰ ਖੁਸ਼ਬੂ ਦੀ ਸਾਰ ਹੀ ਨਹੀਂ ਹੈ, ਉਹ ਫਿਰ ਜਾਲੇ ਖਾਂਦਾ ਰਹਿੰਦਾ ਹੈ। ਸਤ ਸੰਗਤ ਸਹੀ ਮਾਇਨਿਆਂ 'ਚ ਸਤ ਸੰਗਤ ਕਰਨੀ, ਇਹ ਨਹੀਂ ਕਿ ਸਰੀਰ ਕਰਕੇ ਉੱਥੇ ਤੁਰੇ ਫਿਰੋ ਤੇ ਮਨ ਕਿਤੇ ਹੋਰ ਹੀ ਤੁਰਿਆ ਫਿਰੇ, ਕੰਨ ਕਿਤੇ ਹੋਰ ਹੀ ਤੁਰੇ ਫਿਰਨ, ਫਿਰ ਸਤ ਸੰਗਤ ਹੈ। ਫਿਰ ਤਾਂ ਤੁਸੀਂ ਲਾਲਚ ਦੇ ਮਾਰਿਆਂ ਕਿਤੇ ਬੈਠੇ ਹੋਏ ਹੋ, ਨਿਸ਼ਾਨਾ ਕੁਝ ਹੋਰ ਹੈ, ਅੰਦਰ ਲਕਸ਼ ਕੁਝ ਹੋਰ ਰੱਖਿਆ ਹੋਇਆ ਜਾਲੇ ਖਾਣ ਦਾ। ਜੇ ਸਤ ਸੰਗਤ ਵਿੱਚ ਵੀ ਨਿੰਦਾ ਹੀ ਕਰੀ ਜਾਵੇ, ਫਿਰ ਡੱਡੂ ਵਾਂਗੂ ਜਾਲੇ ਹੀ ਖਾਣੇ ਆ ਨਾ। ਇੱਥੇ ਭਗਤੀ ਦੀ ਖੁਸ਼ਬੂ ਭੌਰੇ ਬਣ ਕੇ ਗੁਰਸਿੱਖ ਲੈ ਲੈਂਦੇ ਆ। ਮਕਰੰਦ ਰਸ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੇ ਰਸ ਨੂੰ ਚੱਖ ਕੇ ਨਿਹਾਲ ਹੁੰਦੇ ਆ। ਮਹਾਰਾਜ ਕਹਿੰਦੇ ਜੇ ਭਾਈ ਸਤ ਸੰਗਤ ਕਰਨੀ ਹੈ, ਸਤ ਸੰਗਤ ਕਰਨ ਦਾ ਪਹਿਲਾ ਧਰਮ ਵੀ ਹੈ ਕਿ ਇਕਾਗਰਤਾ ਹੋਵੇ, ਉੱਚੀ ਬੋਲ ਨਾ ਹੋਵੇ, ਦੇ ਚ ਚੀਕਾਂ ਹੀ ਵੱਜਦੀਆਂ ਹੋਣ। ਕਹਿੰਦੇ ਆ ਜੀ ਤੁਸੀਂ ਕਥਾ ਕਰੋ ਆਰਾਮ ਨਾਲ, ਸੰਗਤ ਵਰਗਾ ਮਾਹੌਲ ਹੋਵੇ ਤਾਂ ਕਥਾ ਹੁੰਦੀ। ਇਹ ਸਤ ਸੰਗਤ ਦੇ ਨਿਯਮ ਸੱਚੇ ਪਾਤਸ਼ਾਹ ਨੇ ਦੱਸੇ ਹੋਏ ਆ, ਕਿਸੇ ਕੋਲੋਂ ਨਹੀਂ ਲਿਖੇ, ਗ੍ਰੰਥਾਂ ਵਿੱਚ ਲਿਖੇ ਹੋਏ ਆ। ਤੇ ਸਤ ਸੰਗਤ ਦੇ ਵਿੱਚ ਜੇ ਸਰੋਤਾ ਨਹੀਂ ਜੁੜਿਆ, ਭਗਤਾ ਨਹੀਂ ਜੁੜਿਆ, ਸਤ ਸੰਗਤ ਕਿਵੇਂ ਹੋ ਸਕਦੀ ਹੈ? ਸਤ ਸੰਗਤ ਦੇ ਅੰਦਰ ਇਕਾਗਰਤਾ, ਫਿਰ ਉੱਥੇ ਸਾਧ ਸੰਗਤ ਜੀ ਸਾਰੇ ਨਿਯਮ ਪੂਰੇ ਹੋਣ। ਜਿਵੇਂ ਵੇਖੋ ਕਿੱਡਾ ਪਵਿੱਤਰ ਸਥਾਨ ਹੈ ਸਤਿਗੁਰੂ ਜੀ ਦਾ, ਤੇ ਇੱਥੇ ਹਰ ਵੇਲੇ ਸਤ ਸੰਗਤ ਦੇ ਪ੍ਰਵਾਹ ਚੱਲਦੇ ਆ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਆ। ਪਰ ਜੇ ਅਸੀਂ ਮਾਹੌਲ ਨੂੰ ਵਿਗਾੜਾਂਗੇ, ਸਤ ਸੰਗਤ ਵਿੱਚ ਆ ਕਰਕੇ ਬਾਰ-ਬਾਰ ਗੱਲਾਂ ਕਰਾਂਗੇ, ਜਾਂ ਸਾਡੇ ਬੱਚੇ ਹੀ ਉੱਚੀ ਉੱਚੀ ਚੀਕਾਂ ਮਾਰਨਗੇ, ਫਿਰ ਸਰੋਤੇ ਦੇ ਰਸ ਵਿੱਚ, ਭਗਤੇ ਦੇ ਰਸ ਵਿੱਚ ਵਿਘਨ ਪਾਉਨੇ ਆ ਆਪਾਂ। ਸਤ ਸੰਗਤ ਕਰਨ ਦਾ ਸਾਨੂੰ ਪੂਰਾ ਪੂਰਾ ਲਾਭ ਪ੍ਰਾਪਤ ਹੋਵੇ, ਇਕਾਗਰ ਚਿੱਤ ਸ਼ਬਦ ਦੇ ਵਿੱਚ ਜੁੜ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਜੋ ਸਾਨੂੰ ਸਿੱਖਿਆ ਦਿੰਦੇ ਆ, ਉਸ ਸਿੱਖਿਆ ਵਿੱਚ ਸਾਡਾ ਚਿੱਤ ਇਕਾਗਰ ਹੋਵੇ, ਤੇ ਫਿਰ ਸਾਨੂੰ ਪ੍ਰਸਾਦ ਇਹ ਜਿਹੜਾ ਪ੍ਰਾਪਤ ਹੋਵੇਗਾ। ਮਹਾਰਾਜ ਜੀ ਨੇ ਇਹ ਨਾਲ ਸਿੱਖਿਆ ਦਿੱਤੀ ਹੈ। ਪਿਛਲੀ ਪੰਕਤੀ ਫਿਰ ਪੜੋ। ਸਾਧ ਕੈ ਸੰਗ ਸੁਨੋ ਹਰ ਨਾਮ। ਸਾਧੂ ਦੀ ਸੰਗਤ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਸੁਣੋ। ਕਈ ਇੱਥੇ ਵੀ ਕੰਨਾਂ ਨੂੰ ਲਾ ਕੇ ਜੇ ਗੀਤ ਹੀ ਸੁਣਨ ਤੇ ਫਿਰ ਸੰਗਤ ਕਿਵੇਂ ਕਰ ਸਕਦੇ?
कोई संगत विच आके भी पासे अपने फोन ते साध संगत जी गेमां ही खेडे ते सतसंगत थोड़ा करदा, क्योंकि ये चीज़ां अज नाल ही चक्की फिरदे आ। बहन नूं तां बैठे हो सतसंगत विच वै, पर अपने फोन ते खेडां विच लगे हुए आ, सतसंगत नहीं कर रहे। महाराज कहंदे भाई साधु दी संगत विच आओ, गुरु महाराज दी संगत विच आओ, ते फिर वाहिगुरु दे नाम नूं अपने जिहड़ा कन्नां नाल सुनो। ये सच्चे पातशाह जी कहंदे भाई कन्नां विच पवेगा, सतसंगत विच तुहाडी हाजरी लग जावेगी। साध संग हर के गुण गाओ, वाहिगुरु दे गुण गाओ। इत्थे आ करके घर दीयां गल्लां ना करो, इत्थे घर दीयां चुगलियां ना आ करके करो। कई इकट्ठे हो जाते आखे जी गुरुद्वारे साहब ही इकट्ठे होने का टाइम मिलता है, उथे आ करके आपस में निंदा चुगली करन लग पैना, फिर संगत करते हो, संगत नहीं कर पाते। फिर तुसी इत्थे आ करके तो हरि दे गुण गाओ, वाहिगुरु दे नाम जपो। जे मठियाइयां वेखियां लंगरां च बणियां ने, गप्पां मारियां, चाह पीती, मठियाई खाधी, लंगर छकिया, चलो घर नूं कित्थों आए? संगत करके आए। संगत नहीं करके आए, तुसी गप्पां मार के आए आ। जे कीर्तन सुनिया हुंदा, कथा सुनी हुंदी, अपने मन नूं प्रबोधिया हुंदा ते अपनियां आदतां ते कंट्रोल कीता हुंदा, फिर तां सतसंगत कीती हुंदी। पर जिहो जे भैड़े सुभाਅ ने ओहो जे तुसी बने रहने हो, ते फिर दोष संगत विच कढदे हो जी। बड़ी कीती संगत, बड़ा पढ़िया सी जपजी साहब, कुछ भी नहीं तुसी कीता, झूठ बोलदे आ, सगों होरनां नूं नास्तिक बनाउने आ, होरनां दा मन डेगदे आ। नुक्स अपने अंदर वै, अपने ढंग तरीके बदले नहीं हन, संगत विच भी आ करके संगत कीती नहीं है। ते फिर सच्चे पातशाह महाराज कहंदे भाई पढ़ के सुखमनी साहब दी इस अष्टपदी दे कई मैनू कुछ मिलिया नहीं, क्योंकि संगत तैं कीती ही नहीं। जिहड़ा संगत करन वाला ना, उन्होंने मुंह तो कहना ही नहीं पैंदा, वो तो कहंदा महाराज सब कुछ ही मिल गया। बाहरों कोई दुनिया नूं उहदा नुकसान हुंदा भी दिसे ना कि बड़ी संगत करदे आ बड़ा इहदा नुकसान होया, जे उहनूं पुछ लईए कहंदा बड़ी किरपा हो गई। दुख ही तोड़ते महाराज ने सारे, निहाल ही करता, क्योंकि अंदरों उहनूं पता है कि सब बख्शिशां हो गईयां, निहाल हो गए आ। की बार चार कौडियां जे नुकसान हो गया, तो महाराज सच्चे पातशाह जी आख्या ही ना कि उसते चौगन करै निहाल। महाराज होर चार गुणा बख्शिश कर दिंदे आ। जिवें गुरु अमरदास सच्चे पातशाह दे कोल एक चौधरी आया सी, महाराज दे लंगर च सेवा करया करे। हजूर ने आख्या भाई तेरी की इच्छा है? कहंदा महाराज आत्मक ज्ञान बख्शो, सिक्खी दे दिओ। ते गुरु अमरदास साहब जी कहंदे तू सिक्खी लैके की करना है? तेरे चौधरपुणा जांदा रहेगा। कहंदा महाराज जांदा ते जांदा रहे, सिक्खी दे दिओ। सच्चे पातशाह महाराज कहंदे कोई इज्जत नहीं रहनी, पिंड दे लोग तेरा कोई जिहड़ा हुण सलामा करदे आ कोई तैनूं पुछेगा नहीं, महाराज जो मर्जी हो जाए सिक्खी दे दिओ। हजूर कहंदे अच्छा सेवा करया कर। जदों सेवा करया करे ते पिंड दी चौधरपुणा जिहड़ा छुट गया, फिर हौली हौली घर दा माल डंगर सारा बर्बाद हो गया, जमीन जायदाद उजड़ गई। घरों पता लगे कि सब कुछ बर्बाद हो गया, तू किथे लंगरां च जाके सेवा करी जाना, साडी बात पुछ। कहंदा सब कुछ बर्बाद हो जाए, मैनूं तां हुण महाराज दी सिੱਖੀ चाहीदी, कुछ नहीं होर चाहीदा। जिद्दां तुहाडे कोल चलदा चलाओ बई, मैनूं होर कुछ नहीं चाहीदा। जदों सतगुरां जी ने सिदक वेखिया उसदा, महाराज कहंदे की करनी है तां सिੱਖੀ वेख, तेरी चौधर मिल जाएगी, तैनूं सारे पदार्थ मिल जाणगे, जा अपने नगर परत जा। कहंदा ना महाराज हुण तां आपदे चरनां 'च ही रख लो, महाराज मैनूं कुछ नहीं चाहीदा, सिੱਖੀ दे दिओ। धन गुरु अमरदास सच्चे पातशाह हजूर ने अपनी चरण पौल दे के ब्रह्म ज्ञान दे के नवाजिया। सच्चे पातशाह ने एडी बख्शिश की, उन्होंने भी एक मंजी थापी सी, महाराज कुल दुनिया ही चरनां ते झुकाती सच्चे पातशाह जी ने। गरीब नवाज सच्चे पातशाह ने एडी वड्डी बख्शिश की कि वह संसार नूं दातां देण दे समर्थ कर दिता। किथे नगर दा चौधरी छोटा जिहा, महाराज ने एडा वड्डा रुतबा देता कि देवी देवते पे नमस्कारां करदे है। सब कुछ महाराज ने बख्शिश कर दिता, कोई ओला नहीं रखिया। ऐसी बख्शिश मिलती है सतसंगत करन दे नाल। महाराज कहंदे भई संगत करनी है ते वाहिगुरु दे गुण गाओ, परमेश्वर दे गुण गाओगे,
ਸੰਗਤ ਕੀਤਾ ਹੋਇਆ ਤੁਹਾਡਾ ਸਮਾਂ ਲੇਖੇ 'ਚ ਪੈ ਜਾਵੇਗਾ। ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਮਨ ਤੋਂ ਨਹੀਂ ਭੁੱਲਦਾ ਵਾਹਿਗੁਰੂ। ਇਹੋ ਜੀ ਫਿਰ ਸਤ ਸੰਗਤ ਦੀ ਦਾਤ ਮਿਲਦੀ ਹੈ, ਮਨੋਂ ਵਿਸਰਦਾ ਹੀ ਨਹੀਂ ਮਹਾਰਾਜ ਦਾ ਨਾਮ ਕਦੇ ਵੀ। ਸਾਧ ਸੰਗ ਸਰ ਪਰ ਨਿਸਤਰੈ, ਅਵਸ਼ ਬਰ ਅਵਸ਼, ਜ਼ਰੂਰ ਬਰ ਜ਼ਰੂਰ ਸਤ ਸੰਗਤ ਕਰਨ ਵਾਲਾ ਮਹਾਰਾਜ ਕਹਿੰਦੇ ਭਾਈ ਤਰ ਜਾਂਦਾ ਹੈ। ਉਹਦੇ ਤਰਨ ਵਿੱਚ ਕੋਈ ਸ਼ੰਕਾ ਨਾ ਸਮਝਿਓ, ਜ਼ਰੂਰ ਬਰ ਜ਼ਰੂਰ ਨਿਸ਼ਚੈਵਾਚਕ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਏ। ਸਾਧ ਕੈ ਸੰਗ ਲਗੈ ਪ੍ਰਭ ਮੀਠਾ, ਸਾਧੂ ਦੀ ਸੰਗਤ ਕਰਨ ਨਾਲ ਵਾਹਿਗੁਰੂ ਦਾ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਜਦੋਂ ਸੰਗਤ ਕਰੀਏ ਨਾ ਤੇ ਇਹੋ ਜੀ ਕਲਾ ਵਰਤਦੀ ਹੈ ਕਿ ਨਾਮ ਦੀ ਮਿਠਾਸ ਰਸਨਾ ਤੇ ਬਣ ਜਾਂਦੀ ਹੈ। ਇਹੋ ਜਿਹਾ ਮਨ ਜਾਗ ਪੈਂਦਾ ਹੈ ਸੁੱਤਾ ਪਿਆ ਕਿ ਵਾਹਿਗੁਰੂ ਦਾ ਨਾਮ ਰਸਨਾ ਦੇ ਉੱਤੇ ਮਿਠਾਸ ਦੇ ਸਹਿਤ ਇੰਨਾ ਰਸ ਬਣ ਜਾਂਦਾ ਕਿ ਨਾ ਉਹਨਾਂ ਰਸਗੁੱਲਿਆਂ ਦਾ ਸਵਾਦ, ਨਾ ਗੁਲਾਬ ਜਾਮਨੂਆਂ ਦਾ ਉਹਨਾਂ ਸਵਾਦ, ਇਹਨਾਂ ਨਾਮ ਮਿੱਠਾ ਲੱਗਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ, ਸਾਧੂਆਂ ਦੀ ਸੰਗਤ ਕਰਨ ਨਾਲ ਸਾਰਿਆਂ ਘਟਾਂ ਵਿੱਚ ਵਾਹਿਗੁਰੂ ਦਰਸ਼ਨ ਹੋਣ ਲੱਗ ਪੈਂਦੇ ਆ, ਸਾਰਿਆਂ ਸ਼ਰੀਰਾਂ ਵਿੱਚ ਵਾਹਿਗੁਰੂ ਜੀ ਦਾ ਦੀਦਾਰ ਹੁੰਦਾ ਏ। ਸਾਧ ਸੰਗ ਭਏ ਆਗਿਆਕਾਰੀ, ਵਾਹਿਗੁਰੂ ਜੀ ਦੀ ਸੰਗਤ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸਾਧੂਆਂ ਦੀ ਸੰਗਤ ਕਰਨੇ ਕਰਕੇ ਕੀ ਹੁੰਦਾ ਹੈ, ਸਾਰੇ ਇੰਦਰੀ ਆਗਿਆਕਾਰੀ ਹੋ ਜਾਂਦੇ ਆ। ਅੱਖਾਂ ਆਖੇ ਲੱਗਣ ਲੱਗ ਪੈਂਦੀਆਂ, ਕੰਨ ਕਹੇ 'ਚ ਚੱਲਣ ਲੱਗ ਪੈਂਦੇ ਆ, ਸਾਰੇ ਇੰਦਰੀ ਜਿਹੜੇ ਉਹ ਆਗਿਆਕਾਰੀ ਹੋ ਜਾਂਦੇ ਹਨ। ਇਸੇ ਪ੍ਰਕਾਰ ਹੀ ਸਾਧ ਸੰਗ ਭਏ ਆਗਿਆਕਾਰੀ, ਗੁਪਤ ਪ੍ਰਗਟ ਸ਼ਕਤੀਆਂ ਸਾਰੀਆਂ ਹੀ ਆਗਿਆਕਾਰੀ ਹੋ ਜਾਂਦੀਆਂ ਹਨ, ਹੁਕਮ ਮੰਨਣ ਲੱਗ ਪੈਂਦੀਆਂ। ਸੰਗਤ ਕਰਨ ਵਾਲੇ 'ਚ ਐਡਾ ਬਲ ਹੁੰਦਾ, ਚਾਹੇ ਤੇ ਹਵਾ ਦਾ ਰੁਖ ਬਦਲਦੇ, ਚਾਹੇ ਸੂਰਜ ਰੋਕ ਦੇ, ਐਡੀ ਸ਼ਕਤੀ ਆ ਜਾਂਦੀ ਹੈ, ਸਾਰੇ ਆਗਿਆਕਾਰੀ ਹੋ ਜਾਂਦੇ ਆ। ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਾਧ ਸੰਗ ਭਏ ਆਗਿਆਕਾਰੀ, ਸਾਧੂ ਦੀ ਸੰਗਤ ਕਰਨ ਵਾਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭਾਣਾ ਮੰਨਣ ਵਾਲਾ ਬਣ ਜਾਂਦਾ ਹੈ, ਵਾਹਿਗੁਰੂ ਦਾ ਆਗਿਆਕਾਰੀ ਬਣ ਜਾਂਦਾ ਹੈ। ਮਹਾਰਾਜ ਜੋ ਕਹੋ ਤੁਹਾਡੇ ਹੁਕਮ 'ਚ ਹੀ ਸਦਾ ਮਹਾਰਾਜ ਸਾਨੂੰ ਸੁੱਖ ਵੈ, ਹੁਕਮ ਨੂੰ ਭਲਾ ਕਰਕੇ ਮੰਨਦੇ ਹਨ। ਸਾਧ ਸੰਗ ਗਤ ਭਈ ਹਮਾਰੀ, ਮਹਾਰਾਜ ਕਹਿੰਦੇ ਹਮਾਰੀ ਤਮਾਮ ਦੀ ਗਤ ਮੁਕਤ ਭਾਈ ਸਾਧੂਆਂ ਦੀ ਸੰਗਤ ਕਰਨ ਨਾਲ ਹੋਈ ਆ। ਸਾਧ ਕੈ ਸੰਗ ਮਿਟੇ ਸਭ ਰੋਗ, ਸਾਧੂ ਦੀ ਸੰਗਤ ਕਰਨ ਨਾਲ ਸਾਰੇ ਮਨ ਦੇ ਸਰੀਰ ਦੇ ਰੋਗ ਸਤਿਗੁਰੂ ਜੀ ਕਹਿੰਦੇ ਮਿਟ ਜਾਂਦੇ ਆ। ਨਾਨਕ ਸਾਧ ਭੇਟੇ ਸੰਜੋਗ, ਮਹਾਰਾਜ ਐਸੇ ਜੀਵਨ ਮੁਕਤ ਦਾ ਦਰਸ਼ਨ ਕਿਵੇਂ ਹੁੰਦਾ ਹੈ? ਮਹਾਰਾਜ ਕਹਿੰਦੇ ਨਾਨਕ ਸਾਧ ਭੇਟੇ ਸੰਜੋਗ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪੂਰਬਲੇ ਜਨਮਾਂ ਦਾ ਸੰਜੋਗ ਹੁੰਦਾ ਹੈ ਤੇ ਤਾਂ ਜੀਵਨ ਮੁਕਤ ਪੁਰਖ ਦਾ ਦਰਸ਼ਨ ਹੁੰਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸ ਕਬੈ ਰਾਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਨਾਮ ਰਸੀਏ ਸਾਧੂ ਦਾ ਦਰਸ਼ਨ ਹੁੰਦਾ ਹੈ। ਜਿਹਦੀ ਨਾਮ ਵਿੱਚ ਪ੍ਰੀਤ ਲੱਗੀ ਹੋਵੇ ਉਹਦਾ ਦਰਸ਼ਨ ਬਹੁਤ ਦੁਰਲੱਭ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਜੋਗ ਪਿਆ ਹੋਵੇ ਨਾ, ਵਾਹਿਗੁਰੂ ਨੇ ਮਸਤਕ ਤੇ ਪਾਇਆ ਹੋਵੇ ਤਾਂ ਐਡੇ ਜੀਵਨ ਮੁਕਤ ਦਰਸ਼ਨ ਜਿਹੜਾ ਹੈ ਨਾ ਪੁਰਖ ਦਾ ਦਰਸ਼ਨ ਹੁੰਦਾ ਹੈ। ਤਾਂ ਸਤ ਸੰਗਤ ਦੇ ਭਾਗ ਜਿਹੜੇ ਆ ਉਹ ਪ੍ਰਾਪਤ ਹੁੰਦੇ ਹਨ ਕਰਨ ਦੇ। ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਮਹਾਰਾਜ ਹੁਣ ਸਮਾਪਤੀ ਕਰਦੇ ਆ ਇਸ ਅਸ਼ਟਪਦੀ ਦੀ, ਹੈ ਅਖੀਰਲੀ ਪੌੜੀ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣਹਿ। ਜਿਹੜੇ 4 ਵੇਦ ਹਨ ਇਹ ਵੀ ਸਾਧੂਆਂ ਦੀ ਮਹਿਮਾ ਨਹੀਂ ਜਾਣ ਸਕਦੇ ਹਨ, ਕਿਉਂਕਿ ਸਾਧ ਸੰਗਤ ਜੀ ਕਰਮ, ਉਪਾਸ਼ਨਾ ਤੇ ਗਿਆਨ, ਇਹਨਾਂ ਤਿੰਨਾਂ ਚੀਜ਼ਾਂ ਨੂੰ ਹੀ ਵੇਦ ਕਹਿੰਦੇ ਆ। ਇਸ ਕਰਕੇ ਸਾਧੂਆਂ ਦਾ ਜਿਹੜਾ ਅਨੁਭਵੀ ਗਿਆਨ ਹੈ ਨਾ ਉਹ ਸਵੈ ਸੰਵੇਦ ਗਿਆਨ ਹੈ, ਤੇ ਜਿਹੜਾ ਵੇਦਾਂ ਦੇ ਅੰਦਰ ਉਹ ਪਰ ਸੰਵੇਦ ਜਿਹੜਾ ਹੈ ਦੂਸਰੇ ਨੇ ਜਿੰਨਾ ਜਾਣਿਆ ਹੈ ਉਹ ਲਿਖਿਆ ਹੋਇਆ ਹੈ। ਇਸ ਕਰਕੇ ਸਾਧ ਕੀ ਮਹਿਮਾ ਵੇਦ ਨਾ ਜਾਣਹਿ, ਵੇਦ ਵੀ ਨਹੀਂ ਜਾਣ ਸਕਦੇ। ਤੇ ਇਉਂ ਅਰਥ ਵੇਦਾਂ ਦਾ ਜਿਹੜਾ ਉਹ ਭਾਵ ਰੱਖਣ ਲਈ ਜਿਹੜਾ ਨਾ ਉਹ ਸਾਧ ਸੰਗਤ ਜੀ ਵੇਦਾਂ ਨੂੰ ਮੁੱਖ ਰੱਖ ਕਰਕੇ ਅਰਥ ਪਲਟਾਉਂਦੇ ਆ। ਪਰ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਦੱਸਿਆ ਹੈ ਨਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ 4 ਵੇਦ ਜਿਹੜੇ ਆ ਸਾਧੂ ਦੀ ਮਹਿਮਾ ਨਹੀਂ ਕਹਿ ਸਕਦੇ। ਕ੍ਰਿਸ਼ਨ ਜੀ ਨੇ ਗੀਤਾ ਦੇ ਅੰਦਰ ਅਰਜਨ ਨੂੰ ਕਿਹਾ ਕਿ ਅਰਜਨ ਇਹ 4 ਵੇਦ ਜਿਹੜੇ ਆ ਉਹ ਕਰਮ, ਉਪਾਸ਼ਨਾ ਤੇ ਗਿਆਨ ਨੂੰ ਕਹਿੰਦੇ ਆ, ਕਿਉਂਕਿ ਇਹ ਪਰ ਸੰਵੇਦਿਕ ਗਿਆਨ ਕਥਨ ਕੀਤਾ ਹੋਇਆ ਹੈ। ਤੇ ਸਾਧੂ ਨੂੰ ਜਿਹੜਾ ਗਿਆਨ ਹੁੰਦਾ ਉਹ ਅਨੁਭਵੀ ਗਿਆਨ ਹੁੰਦਾ, ਇਸ ਕਰਕੇ ਵੇਦਾਂ ਵਿੱਚ ਉਹ ਗਿਆਨ ਨਹੀਂ ਕਥਨ ਕੀਤਾ ਹੋਇਆ।
ਤੇ ਸਾਧ ਸੰਗਤ ਜੀ 4 ਵੇਦਾਂ ਦਾ ਗਿਆਨ ਤੇ 4 ਘੜੇ ਪਾਣੀ ਦੇ ਭਰੇ ਹੋਏ ਇਸ ਤਰ੍ਹਾਂ ਹੈ, ਤੇ ਸਾਧੂ ਦਾ ਅਨੁਭਵੀ ਗਿਆਨ ਤੇ ਸਮੁੰਦਰ ਵਰਗਾ ਹੈ। ਤੇ ਸਮੁੰਦਰ ਦੇ ਅੰਦਰ ਹੁਣ 4 ਘੜੇ ਕੋਈ ਭਰ ਲਵੇ ਤਾਂ 4 ਘੜੇ ਪਾ ਦੇਵੇ, ਪਾਉਣ ਨਾਲ ਕੀ ਸਮੁੰਦਰ ਦਾ ਵਧਣਾ ਤੇ ਕੱਢਣ ਨਾਲ ਕੀ ਸਮੁੰਦਰ ਦਾ ਘਟਣਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਧ ਕੀ ਮਹਿਮਾ ਵੇਦ ਨਾ ਜਾਣ ਹੈ। ਇਉਂ ਵੀ ਅਰਥ ਕਰਦੇ ਆ, ਸਾਧ ਕੀ ਮਹਿਮਾ ਵੇਦਨ ਜਾਣ ਹੈ, ਭਾਵ ਉਹ ਪੀੜਾ ਨੂੰ ਜਾਣ ਲੈਂਦਾ ਜਿਹੜੀ ਪ੍ਰੇਮ ਦੀ ਪੀੜਾ ਹੁੰਦੀ ਹੈ। ਪਰ ਮੁੱਖ ਅਰਥ ਇਹੀ ਹੈ ਕਿ ਵੇਦ ਨਾ ਜਾਣੈ। ਵੇਦ ਵੀ ਸਾਧੂ ਦੀ ਮਹਾਤਮਾ ਦੀ ਮਹਿਮਾ ਨਹੀਂ ਜਾਣਦੇ ਹਨ। ਜੇਤਾ ਸੁਨਹਿ ਤੇਤਾ ਬਖਿਆਨੈ। ਉਹ ਜਿੰਨਾ ਕੁ ਸੁਣਿਆ ਨਾ ਬਖਤੇ ਨੇ ਉਨੀ ਕੀ ਬਖਿਆਨ ਕਰ ਸਕਦੇ ਆ। ਜਿੰਨਾ ਕੁ ਸਾਧ ਸੰਗਤ ਜੀ ਬ੍ਰਹਮਾ ਨੇ ਸੁਣੀ ਹੈ ਮਹਿਮਾ ਉਨੀ ਕੁ ਵੇਦਾਂ 'ਚ ਕਹੀ ਹੈ, ਜਿੰਨੀ ਕੁ ਬਿਆਸ ਜੀ ਨੇ ਸੁਣੀ ਹੈ ਉਨੀ ਕੁ ਕਹੀ ਹੈ। ਇਹਦੋਂ ਵੱਧ ਕੀ ਬਿਆਨ ਕਰ ਸਕਦੇ? ਜਿੰਨਾ ਕੁ ਸੁਣ ਲੈਂਦੇ ਆ, ਜਦੋਂ ਆਪਣਾ ਅਨੁਭਵੀ ਹੈ ਹੀ ਨਹੀਂ ਗਿਆਨ ਉਹਨਾਂ ਕੋਲ ਤੇ ਕਿਵੇਂ ਲਿਖ ਸਕਦੇ ਆ? ਉਹ ਲਿਖਣ ਵਿੱਚ ਆਉਂਦਾ ਹੀ ਨਹੀਂ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ, ਜੇਤਾ ਸੁਨਹਿ ਤੇਤਾ ਬਖਿਆਨਹਿ। ਜਿੰਨਾ ਭਾਈ ਸੁਣਿਆ ਕਿਸੇ ਨੇ ਓਨਾ ਹੀ ਬਖਿਆਨ ਕੀਤਾ ਹੋਇਆ। ਤੇ ਜਿਹੜਾ ਸਾਧ ਸੰਗਤ ਜੀ ਜਿੰਨਾ ਸੁਣਿਆ ਓਨਾ ਹੀ ਕੋਈ ਕਹਿ ਲੂ ਨਾ, ਉਸ ਤੋਂ ਵੱਧ ਕੀ ਕਹਿ ਸਕਦਾ? ਤੇ ਜਿੰਨਾ ਇਸ ਪ੍ਰਕਾਰ ਕੋਈ ਵਿਖਿਆਨ ਕਰਦਾ ਓਨਾ ਹੀ ਸੁਣ ਲੂ, ਉਦੋਂ ਵੱਧ ਕੀ ਸੁਣ ਸਕਦਾ ਹੈ? ਪਰ ਸਾਧੂ ਦੀ ਮਹਿਮਾ ਤਾਂ ਸੁਣਨ ਤੋਂ ਵੀ ਪਰੇ ਹੈ, ਕਥਨ ਕਰਨ ਤੋਂ ਵੀ ਪਰੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਕਹੀ ਨਹੀਂ ਜਾ ਸਕਦੀ। ਉਹ ਸੰਪੂਰਨ ਕੋਈ ਸਮੱਗਰ ਸੁਣ ਵੀ ਨਹੀਂ ਸਕਦਾ। ਜਦੋਂ ਕਹੀ ਨਹੀਂ ਜਾ ਸਕਦੀ ਤੇ ਸੁਣਨੀ ਕੀ ਹੈ? ਇਸ ਪ੍ਰਕਾਰ ਮਹਾਰਾਜ ਕਹਿੰਦੇ ਵੇਦਾਂ ਦੇ ਅੰਦਰ ਭਾਈ ਜਿਹੜਾ ਲਿਖਿਆ ਹੋਇਆ ਨਾ ਸਾਧੂ ਦੀ ਮਹਿਮਾ ਬਾਰੇ, ਉਹ ਜਿੰਨਾ ਕਿ ਨਾ ਸੁਣੀ ਹੈ ਓਨੀ ਕੁ ਮਹਾਰਾਜ ਕਹਿੰਦੇ ਕਥਨ ਕੀਤੀ ਹੈ। ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ। ਉਹ ਕਾਰਨ ਕੀ ਹੈ ਮਹਾਰਾਜ ਕਿਉਂ ਨਹੀਂ ਜਾਣਦੇ ਵੇਦ ਮਹਿਮਾ? ਕਿਉਂਕਿ ਮਹਾਰਾਜ ਕਹਿੰਦੇ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ। ਜਿਹੜੀ ਸਾਧੂ ਦੀ ਉਪਮਾ ਹੈ ਨਾ ਉਹ ਮਾਇਆ ਦੇ 3 ਗੁਣਾਂ ਤੋਂ ਦੂਰ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਤੇ ਜਿਹੜੇ ਵੇਦ ਹਨ 3 ਗੁਣ ਵਿਸ਼ਿਆ ਵੇਦਾ, ਇਹ 3 ਗੁਣਾਂ ਦਾ ਹੀ ਕਥਨ ਕਰਦੇ ਆ। ਚੌਥਾ ਤੁਰਿਆ ਪਦ ਨਹੀਂ ਦੱਸਦੇ ਹਨ। ਤੁਰਿਆ ਪਦ ਮਹਾਤਮਾ ਦੇ ਕੋਲ ਹੈ। ਇਸ ਕਰਕੇ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ। ਮਾਇਆ ਦੇ 3 ਗੁਣਾਂ ਦੀ ਪਹੁੰਚ ਤੋਂ ਪਰੇ ਹੈ ਸਾਧੂ ਦੀ ਉਪਮਾ। ਤੇ ਦੱਸੋ ਕਿਵੇਂ ਕਥਨ ਕਰ ਲੈਣਗੇ? ਇੱਕ ਕੋਈ ਸ਼ਾਹੂਕਾਰ ਸੀ, ਉਹ ਸੰਗਤ ਕਰਿਆ ਕਰੇ ਮਹਾਤਮਾ ਦੀ। ਉਹ ਕਹਿਣ ਲੱਗਾ, ਮਹਾਰਾਜ ਮੈਨੂੰ ਨਾ ਮੇਰੇ ਪੁਰੋਹਿਤ ਨੇ ਦੱਸਿਆ ਕਿ ਤੈਨੂੰ ਪੁੱਤਰ ਨਹੀਂ ਪੈਦਾ ਹੋ ਸਕਦਾ 7 ਜਨਮਾਂ ਤੱਕ, ਤੂੰ ਕਦੇ ਪੁੱਤਰ ਵਾਲਾ ਨਹੀਂ ਹੋ ਸਕਦਾ। ਉਹ ਸਾਧੂ ਕਹਿਣ ਲੱਗੇ, ਵੀ ਅੱਛਾ ਤੂੰ ਸੰਗਤ ਕਰਦਾ ਜਾਂ ਤੈਨੂੰ ਪੁੱਤਰ ਪ੍ਰਾਪਤ ਹੋਊਗਾ। ਤੇ ਉਹ ਜਦੋਂ ਉਹਨੇ ਆ ਪੰਕਤੀ ਦੀ ਕਥਾ ਸੁਣੀ ਨਾ, ਕਹਿਣ ਲੱਗਾ ਮਹਾਰਾਜ ਵੇਦ ਕਿਉਂ ਨਹੀਂ ਜਾਣਦੇ? ਵੇਦ ਵੀ ਤਾਂ ਜਾਣ ਸਕਦੇ। ਕਹਿੰਦੇ ਅੱਛਾ ਤੇਰਾ ਪੁੱਤਰ ਹੀ ਤੈਨੂੰ ਦੱਸੂਗਾ ਕਿ ਵੇਦ ਵੀ ਨਹੀਂ ਜਾਣਦੇ ਸਾਧੂ ਦੀ ਮਹਿਮਾ। ਕਹਿੰਦਾ ਅੱਛਾ। ਪੁੱਤਰ ਉਸ ਨੂੰ ਫਿਰ ਪ੍ਰਾਪਤ ਹੋਇਆ। ਤੇ ਜਦੋਂ ਉਹਨੇ ਜੋਤਸ਼ੀਆਂ ਕੋਲ ਉਹਦਾ ਸਾਰਾ ਜਨਮ ਕੁੰਡਲੀ ਦਿਖਾਈ, ਉਹਦੀ ਜਨਮ ਪੱਤਰੀ ਬਣਾਈ, ਉਹ ਕਹਿੰਦੇ ਇਹਨ ਤਾਂ ਕੇਵਲ 11 ਸਾਲ ਤੇ 11 ਮਹੀਨੇ ਹੀ ਜੀਣਾ, ਮਰ ਜਾਣਾ, ਫਿਰ ਇਹਦੀ ਉਮਰ ਹੀ ਇੰਨੀ ਹੈ। ਉਹਨ ਫਿਰ ਸਤ ਸੰਗਤ ਵਿੱਚ ਆ ਕੇ ਦੱਸਿਆ ਕਿ ਮਹਾਰਾਜ ਮੇਰੇ ਪੁੱਤਰ ਦੀ ਤਾਂ ਉਮਰ ਹੀ ਬੜੀ ਥੋੜੀ ਹੈ। ਕਹਿੰਦੇ ਕੋਈ ਨਹੀਂ, ਇਹਨੂੰ ਸਤ ਸੰਗਤ ਵਿੱਚ ਲਾ ਦੇ। ਜਦੋਂ ਸਤ ਸੰਗਤ ਵਿੱਚ ਲਾਇਆ ਨਾ ਤੇ ਸਤ ਸੰਗਤ ਕਰਦਿਆਂ ਫਿਰ ਸਾਧੂ ਮਹਾਂਪੁਰਖਾਂ ਨੇ ਖੁਸ਼ ਹੋ ਕੇ ਕਿਹਾ, ਕਹਿੰਦੇ ਚੰਗਾ ਤੇਰੀ ਉਮਰ 100 ਸਾਲ ਵੱਧ ਜਾਏਗੀ। ਉਹ ਫਿਰ 111 ਸਾਲ ਤੇ 11 ਮਹੀਨਿਆਂ ਦਾ ਸਾਧ ਸੰਗਤ ਜੀ ਉਹਨੂੰ ਵਰ ਮਿਲਿਆ। ਤੇ ਜਦੋਂ ਉਹਦੀ ਉਹ 11 ਸਾਲ ਉਮਰ ਪੂਰੀ ਹੋ ਗਈ ਤੇ ਰਾਜਾ ਸੋਚਦਾ ਵੀ ਪੁੱਤਰ ਮੇਰਾ ਮਰਿਆ ਨਹੀਂ। ਉਹਨੇ ਵੇਖਿਆ ਵੀ ਬਾਕੀ ਜੋਤ ਸਭ ਫੇਲ ਹੈ, ਸਭ ਤੋਂ ਉੱਤਮ ਸੰਗਤ ਹੈ। ਸੰਗਤ ਦਾ ਕਿਹਾ ਹੋਇਆ ਕਦੇ ਬਿਰਥਾ ਨਹੀਂ ਜਾਂਦਾ। ਸਾਧੂ ਮਹਾਤਮਾ ਦਾ ਬਚਨ ਕਿਹਾ ਹੋਇਆ ਕਿਤੇ ਨਿਰਥ ਨਹੀਂ ਜਾਂਦਾ, ਅਟਲ ਬਚਨ ਹੁੰਦਾ, ਕਿਉਂਕਿ ਨਾਮ ਦਾ ਪ੍ਰਬਲ ਜ਼ੋਰ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਲਿਖਤਾਂ 'ਚ ਗੱਲਾਂ ਆਉਂਦੀਆਂ ਨਾ, ਉਹ ਸਾਧੂ ਦੀ ਮਹਿਮਾ ਕੀ ਜਾਣ ਸਕਦੇ ਆ? ਇਹ 3 ਗੁਣਾਂ 'ਚ ਸਾਰਾ ਕੁਝ, ਪਰ ਸਾਧੂ ਦੀ ਉਪਮਾ ਵਡਿਆਈ 3 ਗੁਣਾਂ ਤੋਂ ਪਰੇ ਹੈ। ਸਾਧ ਕੀ ਉਪਮਾ ਰਹੀ ਭਰਪੂਰ। ਸਾਧੂ ਦੀ ਉਪਮਾ ਮਹਾਰਾਜ ਕਹਿੰਦੇ ਭਾਈ ਸਭ ਥਾਵਾਂ ਤੇ ਵਿਆਪਕ ਹੋ ਰਹੀ ਹੈ, ਛਾ ਰਹੀ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ। ਸਾਧੂ ਦੀ ਸ਼ੋਭਾ ਦਾ ਕੋਈ ਅੰਤ ਨਹੀਂ, ਕੋਈ ਸਿਰਾ ਨਹੀਂ। ਕੋਈ ਇਹ ਨਹੀਂ ਕਹਿ ਸਕਦਾ ਕਿ ਮਹਾਤਮਾ ਦੀ ਸਮੱਗਰ ਵਡਿਆਈ ਮੈਂ ਜਾਣਦਾ ਹਾਂ।
ਸਾਧੂ ਦੀ ਸੋਭਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਧ ਕੀ ਸੋਭਾ ਸਦਾ ਬੇਅੰਤ, ਸਦਾ ਵਾਸਤੇ ਮਹਾਰਾਜ ਕਹਿੰਦੇ ਬੇਅੰਤ ਵੈ, ਜਿਹਦਾ ਕੋਈ ਅੰਤ ਸਿਰਾ ਨਹੀਂ ਲੱਭਦਾ ਹੈ। ਸਾਧ ਕੀ ਸੋਭਾ ਊਚ ਤੇ ਊਚੀ, ਬ੍ਰਹਮਾ ਵਰਗੇ ਉੱਚੇ ਮੰਨੇ ਹੋਏ ਆ, ਉਹ ਵੀ ਸਾਧੂਆਂ ਅੱਗੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਐ। ਸ਼ਿਵਾਂ ਵਰਗੇ ਵੀ ਹੱਥ ਜੋੜਦੇ ਐ। ਮਹਾਰਾਜ ਕਹਿੰਦੇ ਭਾਈ ਸਾਧੂਆਂ ਦੀ ਸੋਭਾ ਵਡਿਆਈ ਉੱਚਿਆਂ ਤੋਂ ਵੀ ਉੱਚੀ ਐ, ਦੇਵੀ ਦੇਵਤਿਆਂ ਤੋਂ ਵੀ ਵੱਡੀ ਐ। ਸਾਧ ਕੀ ਸੋਭਾ ਮੂਚ ਤੇ ਮੂਚੀ, ਤੇ ਸਾਧੂਆਂ ਦੀ ਸੋਭਾ ਮਹਾਰਾਜ ਕਹਿੰਦੇ ਮੂਚ ਤੇ ਮੂਚੀ, ਵਿਸਥਾਰ ਤੋਂ ਵਿਸਥਾਰ ਵਾਲੀ ਹੈ, ਬਹੁਤ ਜ਼ਿਆਦਾ ਫੈਲਾਅ ਵਾਲੀ ਹੈ। ਜਿਵੇਂ ਵਾਹਿਗੁਰੂ ਦੀ ਸਿਫਤ ਨਹੀਂ ਨਾ ਕਾਗਜ਼ਾਂ ਕਰਕੇ ਕਲਮਾਂ ਕਰਕੇ ਲਿਖੀ ਜਾ ਸਕਦੀ, ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਵੀ ਸਿਫਤ ਵਡਿਆਈ ਜਿਹੜੀ ਹੈ ਨਾ ਵਿਸਥਾਰ ਤੋਂ ਵਿਸਥਾਰ ਵਾਲੀ ਹੈ। ਇਹ ਕਲਮਾਂ ਤੇ ਕਾਗਜ਼ਾਂ ਨਾਲ ਨਹੀਂ ਲਿਖੀ ਜਾ ਸਕਦੀ। ਸਾਧ ਕੀ ਸੋਭਾ ਸਾਧ ਬਨਿਆਈ, ਸਾਧੂਆਂ ਦੀ ਸੋਭਾ ਜਿਹੜੀ ਵਡਿਆਈ ਹੈ ਨਾ, ਇੱਕ ਸਾਧੂ ਨੂੰ ਹੀ ਬਣ ਆਈ ਹੈ। ਸਾਧੂ ਨੂੰ ਹੀ ਪਤਾ ਹੈ ਕਿ ਸਾਧੂ ਦੀ ਮਹਿਮਾ ਕੀ ਹੁੰਦੀ ਹੈ। ਸਾਧੂ ਦੀ ਅਵਸਥਾ ਨੂੰ ਸਾਧੂ ਹੀ ਜਾਣ ਸਕਦਾ ਹੈ, ਦੂਜੇ ਨੇ ਕਿਸੇ ਨੇ ਕੀ ਜਾਣਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਆਨੰਦ, ਇਹੋ ਜਿਹਾ ਸੁਖ ਮਹਾਤਮਾ ਨੂੰ ਹੁੰਦਾ ਹੈ। ਉਹ ਮਹਾਤਮਾ ਹੀ ਇੱਕ ਦੂਸਰੇ ਦੀ ਅਵਸਥਾ ਨੂੰ ਜਾਣਦੇ ਹੁੰਦੇ ਐ, ਉਹਨਾਂ ਨੂੰ ਹੀ ਬਣ ਆਉਂਦੀ ਹੈ ਉਹਨਾਂ ਦੀ ਵਡਿਆਈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਧ ਵਿੱਚ ਤੇ ਪ੍ਰਭੂ ਵਿੱਚ ਭੇਦ ਨਹੀਂ ਹੈ ਭਾਈ ਗੁਰਸਿੱਖੋ, ਕੋਈ ਫਰਕ ਨਾ ਜਾਣਿਓ। ਉਹ ਵਾਹਿਗੁਰੂ ਦਾ ਪ੍ਰਤੱਖ ਆਪ ਹੀ ਸਰੂਪ ਨੇ, ਸਰੀਰ ਹੀ ਉਹਨਾਂ ਦਾ ਦਿਸਦਾ ਹੈ, ਆਪ ਹੀ ਨਿਰੰਕਾਰ ਵਿਚਰ ਰਿਹਾ ਹੈ, ਪਰਮੇਸ਼ਰ ਆਪ ਤੁਰਿਆ ਫਿਰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਆਪਣੇ ਸ਼੍ਰੀ ਕੰਠ ਤੋਂ ਇਹ ਬਚਨ ਕਹਿੰਦੇ ਐ ਕਿ ਭਾਈ ਸਾਧੂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਸੇ ਕਰਕੇ ਨਾਮ ਜਪਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਕਿਹਾ, ਨਾਮਦੇਵ ਜੀ ਲਿਖਿਆ ਨਾਮੇ ਨਾਰਾਇਣ ਨਾਹੀ ਭੇਦ। ਗੁਰਸਿੱਖੋ ਨਾਮਦੇਵ ਜੀ ਵਿੱਚ ਤੇ ਪਰਮੇਸ਼ਰ ਵਿੱਚ ਭੇਦ ਨਹੀਂ ਹੈ, ਫਰਕ ਨਹੀਂ ਹੈ, ਇੱਕੋ ਹੀ ਰੂਪ ਹਨ। ਇਉਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਇਹੋ ਜਿਹਾ ਵਾਹਿਗੁਰੂ ਦੇ ਪਿਆਰੇ ਦੀ ਹਸਤੀ ਹੈ, ਕਿਤੇ ਭੁੱਲ ਕੇ ਨਾ ਜਾਣ ਲਿਓ, ਮਾਨਖ ਕਾ ਕਰ ਰੂਪ ਨਾ ਜਾਣ, ਮਨੁੱਖੀ ਨਾ ਕੇਵਲ ਜਾਣ ਲਿਓ, ਪ੍ਰਤੱਖ ਆਪ ਹੀ ਪਰਮੇਸ਼ਰ ਵਰਤ ਰਿਹਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕੀਤੀ ਹੈ। 7ਵੀਂ ਅਸ਼ਟਪਦੀ ਸਾਧ ਸੰਗਤ ਜੀ ਸੰਪੂਰਨ ਹੋਈ ਹੈ। ਹਜੂਰ ਰਹਿਮਤ ਕਰਨ, ਸੱਚੇ ਪਾਤਸ਼ਾਹ ਦਾ ਅੰਮ੍ਰਿਤ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।